ਸੱਚੀਆਂ ਪੁਰੀਤਾਂ ਵਾਲੇ ਗੁਰੂ ਜੀ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਸਤਿਗੁਰ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਸਤਿਗੁਰ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਸਤਿਗੁਰ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਗੁਰੂ ਜੀ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਸਤਿਗੁਰੂ ਜੀ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਗੁਰੂ ਜੀ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਸਤਿਗੁਰ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਗੁਰੂ ਜੀ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਸਤਿਗੁਰੂ ਜੀ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਗੁਰੂ ਜੀ ਨੂੰ ਆਨ ਮਿਲਦੇ। ਸੱਚੀਆਂ ਪੁਰੀਤਾਂ ਵਾਲੇ ਸਤਿਗੁਰੂ ਨੂੰ ਆਨ ਮਿਲਦੇ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ। ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਅੰਗੀਕਾਰ ਕਿਓ ਮੇਰੇ ਕਰਤੇ ਗੁਰ ਪੂਰੇ ਕੀ ਵਡਿਆਈ। ਆਪ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਧੰਨ ਸਕਾਗਦ ਕਲਮ ਧੰਨ ਭਾਂਡਾ ਧੰਨ ਮਸ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ। ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਦੂਜਾ ਕਾਹੇ ਸਿਮਰੀਐ ਜੰਮੇ ਤੇ ਮਰ ਜਾਏ। ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਸੋ ਆਓ ਗੁਰਸਿੱਖ ਵੀਰ ਬਜ਼ੁਰਗ ਮਾਈ ਭਾਈ ਅਤੀ ਵੱਡੇ ਭਾਗਾਂ ਵਾਲੇ ਹਨ ਜੋ ਘੋਰ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਆਣ ਕੇ ਆਪਾਂ ਨੂੰ ਪੁੰਨ ਕਰਮ ਬਣਾਉਣ ਦਾ ਸਮਾਂ ਮਿਲਿਆ ਹੈ। ਇੱਕ ਦੀਵਾਨ ਭਗਤ ਜੀ ਹੋਏ ਹਨ ਜਦੋਂ ਕਲਯੁਗ ਸ਼ੁਰੂ ਹੋਇਆ ਨਾ ਉਦੋਂ ਉਹਨਾਂ ਦੀ ਡਿਊਟੀ ਲਾਈ ਵੀ ਕਲਯੁਗ ਦੇ ਵਿੱਚ ਮਰਜ਼ਾਦਾ ਜਾ ਕੇ ਬਣਾਓ ਬਦਲੋ। ਸਤਿਯੁਗ ਦੁਆਪਰ ਤ੍ਰੇਤੇ ਵਿੱਚ ਕੱਲਾ ਕੱਲਾ ਬੰਦਾ ਨਾਮ ਜਪਦਾ ਸੀ ਜੰਗਲਾਂ 'ਚ ਜਾ ਕੇ। ਤੇ ਕਲਯੁਗ ਦੇ ਵਿੱਚ ਭਗਵਾਨ ਨੇ ਆਖਿਆ ਵੀ ਕਲਯੁਗ ਦਾ ਸਮਾਂ ਆ ਗਿਆ। ਹੁਣ ਸਮਾਂ ਹੈ ਵੀ ਇਕੱਠੇ ਹੋਣ ਦਾ। ਇਸ ਕਰਕੇ
ਦੀਵਾਨ ਭਗਤ ਜੀ ਦੀਵਾਨ ਲਾਈ ਬੈਠੇ ਸੀ। ਉੱਥੋਂ ਦੀਵਾਨ ਸ਼ੁਰੂ ਹੋਇਆ। ਇਹ ਦੀਵਾਨ, ਉਹਦਾ ਨਾਂ ਦੀਵਾਨ ਭਗਤ ਜੀ ਹੋਏ ਹੈ। ਉਹਨਾਂ ਦਾ ਨਾਂ ਹੀ ਦੀਵਾਨ ਭਗਤ ਜੀ ਰੱਖਿਆ। ਦਰਗਾਹ 'ਚੋਂ ਭੇਜੇ ਸੀ, ਦੇਵਤਿਆਂ ਵਿੱਚੋਂ ਆਏ ਸੀ ਤੇ ਦੀਵਾਨ ਲਾਈ ਬੈਠੇ ਸੀ। ਸਤਸੰਗ ਭਜਨ ਕਰਾਉਂਦੇ ਸੀ, ਸੰਗਤਾਂ ਨੂੰ ਬੁਲਾਉਂਦੇ ਸੀ ਨਾਲ। ਜਿਵੇਂ ਰਾਮ 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 ਜਪੋ, ਇਉਂ ਜਪਾਉਂਦੇ ਸੀ। ਤੇ ਦਰਵਾਸ਼ਾ ਲਿਖੀ ਆਇਆ, ਉਦੋਂ ਸੀਗਾ ਹਜੇ। ਦਰਵਾਸ਼ਾ ਨੇ ਆਖਿਆ, ਦੀਵਾਨ ਭਗਤ ਇਹ ਕੀ ਕਰੀ ਬੈਠੇ ਹੋ? ਕਲਯੁਗੀ ਬੰਦਿਆਂ ਨੂੰ ਇਕੱਠੇ ਕਰਿਆ। ਉਹਨਾਂ ਨੇ ਆਖਿਆ, ਜੀ ਇਹਨਾਂ ਨੂੰ ਤਾਰਨਾ ਹੈ। ਉਹਨਾਂ ਨੇ ਆਖਿਆ, ਅੱਜ ਤਰ ਜਾਣਗੇ ਇਹ? ਦੀਵਾਨ ਭਗਤ ਜੀ ਕਹਿੰਦੇ, ਸੁਣੋ। ਦੀਵਾਨ ਭਗਤ ਜੀ ਕਹਿੰਦੇ, ਦਰਵਾਸ਼ਾ ਇੱਕ ਤੋਂ ਦੂਣੇ ਹੋਣ ਤੰਨਾਂ ਦੇ, ਸਾਧ ਸੰਗ ਚੱਲ ਜਾਏ ਜੁੜਨ ਦੇ। ਜਿਹੜੇ ਜੁੜ ਕੇ ਬਹਿ ਜਾਣਗੇ ਨਾ, ਉਹਨਾਂ ਦੇ ਕੱਲ੍ਹ ਨਾਲੋਂ ਦੁੱਗਣੇ ਪੁੰਨ ਬਣ ਜਾਣਗੇ। ਕੱਲ੍ਹ ਨਾਲੋਂ ਅੱਜ ਦੁੱਗਣੇ ਪੁੰਨ ਬਣ ਜਾਣੇ ਆਪਣੇ ਸਾਰਿਆਂ ਦੇ। ਸਾਧ ਸੰਗ ਚੱਲ, ਘਰੋਂ ਚੱਲ ਜਾਏ ਜੜਨ ਦੇ। ਇਹ ਮੇਲਾ ਨਹੀਂ, ਡਰਾਮਾ ਤਮਾਸ਼ਾ ਨਹੀਂ। ਆਪਣੇ ਤਾਂ ਸ਼ਾਂਤੀ ਬਹੁਤ ਆ ਨਾ, ਨਹੀਂ ਬਹੁਤ ਧਰਮ ਸਥਾਨਾਂ 'ਤੇ ਮੇਲੇ ਬਣ ਗਏ ਆ, ਤੁਰੇ ਫਿਰਦੇ ਆ ਲੋਕ, ਬਹਿੰਦੇ ਨਹੀਂ ਹੈ। ਇਸ ਕਰਕੇ ਹਜ਼ੂਰ ਨੇ ਮੋਹਰ ਲਾਈ ਆ, ਦੂਣੇ ਤੋਂ ਚੌਣੇ। ਜਿਹੜੇ ਜਾਏ ਘਾਲ ਸੇਵਾ ਕਮਾਉਂਦੇ, ਇੱਥੇ ਪਹਿਲਾਂ ਆਉਂਦੇ ਆ, ਉਹ ਸੰਗਤ ਤੋਂ ਪਹਿਲਾਂ ਆ ਜਾਂਦੇ ਆ, ਉਹ ਪ੍ਰਬੰਧ ਕਰਦੇ ਆ। ਫਿਕਰ ਹੈ, ਸੇਵਾ ਕਰਦੀ ਆ, ਸੰਗਤਾਂ ਦੀ ਸੇਵਾ ਕਰਦੀ ਆ। ਇਹ ਸੰਗਤ ਦੀ ਲੰਗਰ ਲਿਆਉਂਦੇ ਆ, ਪਕਾਉਂਦੇ ਆ, ਘਰੋਂ ਬਣਾ ਕੇ ਲੈ ਕੇ ਆਉਂਦੇ ਆ, ਫਿਰ ਗੁਰਸਿੱਖ ਵਰਤਾਉਂਦੇ ਆ। ਇਸ ਤਰ੍ਹਾਂ ਸੇਵਾ ਚੱਲਦੀ ਹੈ। ਇਹਨੂੰ ਆਖਿਆ ਦੂਣੇ ਤੋਂ ਚੌਣੇ। ਕਹਿੰਦੇ ਚੌਗਣੇ ਪੁੰਨ ਬਣ ਜਾਂਦੇ ਜਿਹੜੇ ਇੱਥੇ ਸੇਵਾ ਕਰਦੇ ਆਣ ਕੇ। ਉਹਨਾਂ ਦੇ 4 ਗੁਣਾ ਪੁੰਨ ਬਣ ਜਾਂਦੇ ਅੱਜ ਇੱਕ ਦਿਨ 'ਚ ਹੀ। ਚੌਣੇ ਤੋਂ ਠਾਉਣੇ 8 ਗੁਣਾ ਹੋਣ ਤੇ ਨਾ ਦੇ। ਜਿਹੜੇ ਗੁਰ ਕਾ ਬਚਨ ਕਮਾਉਂਦੇ, ਇੱਥੇ ਜਿਹੜੇ ਗੁਰੂ ਦਾ ਬਚਨ ਕਮਾਉਂਦੇ ਆ, ਹੁਣ ਬਚਨ ਹੋ ਰਹੇ ਆ, ਹੋਏ ਆ, ਤੁਸੀਂ ਸੁਣੇ ਆ ਵੀ ਉਹਨਾਂ ਦੀ ਕਮਾਈ ਕਰਨ ਵਾਸਤੇ ਆਏ ਆ। ਕਈ ਮੌਕੇ ਬਾਬਾ ਜੀ ਸਿੱਧਾ ਹੀ ਵਚਨ ਕਰਦੇ ਨੇ। ਬਾਬਾ ਆਨੰਦ ਸਿੰਘ ਕਹਿੰਦੇ, ਆਉਂ ਸੋਚੋ ਵੀ ਆਏ ਕੀ ਲੈਣ? ਜੇ ਬਚਨ ਸੁਣ ਕੇ ਕਮਾਉਣੇ ਨਹੀਂ ਤਾਂ ਫਿਰ ਆਏ ਕਿਵੇਂ? ਹੋਰ ਤਾਂ ਕੋਈ ਕੰਮ ਹੀ ਹੈ ਨਹੀਂਗਾ। ਕੰਮ ਤਾਂ ਇਹੀ ਹੈ ਵੀ ਬਚਨਾਂ ਦੀ ਕਮਾਈ ਕਰਨੀ ਹੈ। ਬਚਨ ਸੁਣਨ ਆਇਆ। ਜੇ ਬਚਨ ਸੁਣੇ ਗਏ, ਸੁਣਾਂਗੇ ਤਾਂ ਜੇ ਬੈਠਾਂਗੇ, ਬੈਠਾਂਗੇ ਤਾਂ ਜੇ ਫੇਰ ਸੁਣਾਂਗੇ। ਕੰਨ ਲਾ ਕੇ ਸੁਣਿਆ ਜਾਂਦਾ। ਇਸ ਕਰਕੇ ਹਜ਼ੂਰ ਕਹਿੰਦੇ 8 ਗੁਣਾ ਹੋਣ ਤਿੰਨਾਂ ਦੇ। ਜਿਹੜੇ ਗੁਰ ਕਾ ਬਚਨ ਕਮਾਉਂਦੇ, ਅੱਜ ਉਹਨਾਂ ਦੇ 8 ਗੁਣਾ ਪੁੰਨ ਬਣ ਜਾਣੇ। 1 ਤੋਂ 8 ਪੁੰਨ ਬਣ ਜਾਣੇ। 8 ਗੁਣਾ ਪੁੰਨ ਬਣ ਜਾਣੇ ਉਹਨਾਂ ਦੇ। ਇਉਂ ਆਖਿਆ ਹਜ਼ੂਰ ਪਾਤਸ਼ਾਹ ਨੇ। ਪਰ ਇੱਕ ਬਚਨ ਹੋਰ ਵੀ ਕਰਿਆ, ਸਾਵੇਂ ਸੱਟੇ ਹੋਣ ਤੰਨਾਂ ਦੇ, ਆਂਦੇ ਤੇ ਅਗਲਾਂਦੇ। ਜਿਹੜੇ ਬਚਨ ਹੁੰਦਿਆਂ ਤੋਂ ਸੁਣਦੇ ਨਹੀਂ ਗੇ, ਸੇਵਾ ਨਹੀਂ ਕਰਦੇ, ਬਹਿੰਦੇ ਨਹੀਂ, ਉਹਨਾਂ ਨੂੰ ਘਾਟਾ ਤਾਂ ਪੈਂਦਾ ਨਹੀਂ ਪਰ ਵਾਧਾ ਨਹੀਂ ਹੁੰਦਾ।
ਕਹਿੰਦੇ ਸਾਵੇਂ ਸੱਟੇ ਰਹਿ ਜਾਂਦੇ ਆ। ਇੱਕ ਸਰੀਰ ਸੌਣਾ, ਇੱਕ ਮਨ ਨੇ ਸੌਣਾ। ਬਚਨ ਹੁੰਦਿਆਂ ਤਾਂ ਸੁਣਨਾ ਨਾ ਬਚਨਾਂ ਨੂੰ, ਉਹ 'ਤੇ ਅਮਲ ਨਹੀਂ ਕਰਨਾ, ਮੰਨਣੀ ਨਹੀਂ ਗੱਲ। ਇਵੇਂ ਉਹਨਾਂ ਨੂੰ ਆਖਿਆ ਵੀ ਨਸ਼ਾ ਛੱਡੋ, ਛੱਡਣਾ ਨਹੀਂ। ਉਹਨਾਂ ਦੇ ਸਾਵੇਂ ਸੱਟੇ ਹੀ ਰਹਿ ਜਾਂਦੇ ਆ। ਇੱਕ ਹੁੰਦਾ ਵੀ ਆ ਕੇ ਪੈ ਜਾਣਾ, ਲੀੜਾ ਲੈ ਕੇ ਪੈ ਗਿਆ। ਸਵੇਰੋਂ ਘਰ ਦੇ ਪੁੱਛਣਗੇ ਵੀ ਬਾਬਾ ਜੀ ਦੇ ਗਿਆ ਸੀ, ਦੀਵਾਨਾਂ ਵਿੱਚ ਕੀ ਸੁਣਿਆ, ਕੀ ਸੁਣਾਇਆ? ਵੀ ਮੈਂ ਤਾਂ ਜਾ ਕੇ ਪੈ ਗਿਆ, ਸੌਂ ਗਿਆ। ਜਦੋਂ ਉਹਨੇ ਸੁਣਿਆ ਹੀ ਨਹੀਂ, ਸੁਣਾਊ ਵੀ ਕੀ? ਫਿਰ ਉਹ ਪੁੰਨ ਵੀ ਕਿਵੇਂ ਬਣਨਗੇ? ਸਾਵੇਂ ਸੱਟੇ ਹੋਣ ਤਿੰਨਾਂ ਦੇ। ਜਿਹੜਾ ਮਾਤਾ ਦੀ ਗੋਦ ਵਿੱਚ ਬੱਚਾ ਸੁੱਤਾ ਪਿਆ ਤਾਂ ਦੁੱਧ ਨਹੀਂ ਚੁੰਘ ਸਕਦਾ। ਚੁੰਘੂ ਤਾਂ ਜਾਗਦਾ ਹੀ ਚੁੰਘੂ ਨਾ। ਇਵੇਂ ਇਹ ਵੀ ਗੁਰਮਤਿ ਦਾ ਇੱਕ ਦੁੱਧ ਹੈ। ਇਵੇਂ ਹਜ਼ੂਰ ਪਾਤਸ਼ਾਹ ਜੀ ਫਰਮਾਉਂਦੇ ਹਨ। ਪਰ ਇੱਥੋਂ ਵੀ ਗਾਂ ਦਰਵਾਸ਼ਾ ਨੂੰ ਦੀਵਾਨ ਭਗਤ ਜੀ ਕਹਿੰਦੇ ਕਲਯੁਗ ਦਾ ਸਮਾਂ ਆ ਗਿਆ। ਕਲਯੁਗ ਵਿੱਚ ਹੋਰ ਵੀ ਬਹੁਤ ਕੁਝ ਹੋਇਆ ਕਰਨਗੇ, ਹੁੰਦੇ ਆ ਬਹੁਤ। ਤੇ ਕੀ ਆਖਿਆ? ਸਾਵੇਂ ਸੱਟੇ ਆਂਦੇ ਤੇ ਗਲਾਂਦੇ। ਆਂਦੇ ਜਿਹੜੇ ਆ ਕੇ ਸੌਂ ਜਾਂਦੇ, ਸਾਵੇਂ ਸੱਟੇ ਰਹਿ ਜਾਂਦੇ ਆ। ਕਹਿੰਦੇ ਇੱਕ ਇਹੋ ਜਿਹੇ ਵੀ ਹੈ, ਇੱਥੇ ਸੋਚ ਮਾੜੀ ਵਾਲੀ। ਰੱਬ ਦੀ ਮਾਰ ਪਈ ਤਿੰਨਾਂ ਨੂੰ, ਜਿਹੜੇ ਜੁੱਤੀਆਂ ਜੋੜੇ ਚੋਰੀ ਕਰਦੇ ਆ, ਜਾਣੀ ਹੋਰ ਸਮਾਨ ਦੀ ਚੋਰੀ। ਕਹਿੰਦੇ ਰੱਬ ਦੀ, ਉਹ ਰੱਬ ਦੇ ਮਾਰੇ ਹੋਏ ਆ ਵਿਚਾਰੇ, ਪਿਛਲੇ ਜਨਮ ਦੀ ਮਾਰ ਪਈ ਹੈ। ਉਹਨਾਂ ਦੀ ਸੋਚ ਗਲਤ ਆ, ਖਤਮ ਹੈ, ਸੋਚ ਹੈ ਹੀ ਨਹੀਂ ਉਹਨਾਂ ਦੇ ਅੰਦਰ। ਇਵੇਂ ਉਹ ਰੱਬ ਦੀ ਮਾਰ ਪਈ ਤਿੰਨਾਂ ਨੂੰ, ਜਿਹੜੇ ਸਾਈਂ ਦੇ ਦਰ ਤੋਂ ਚੋਰੀਆਂ ਕਰਕੇ ਲੈ ਜਾਂਦੇ, ਉਹਨਾਂ ਨੂੰ ਆਖਿਆ। ਤੇ ਹਜ਼ੂਰ ਕਹਿੰਦੇ ਪਾਤਸ਼ਾਹ ਚੋਰੀ ਕਰਕੇ ਜਾਂਦੇ। ਕਹਿੰਦੇ ਇੱਕ ਜਮੇ ਨਹੀਂ ਆਉਂਦੇ ਦੀਵਾਨ ਵਿੱਚ, ਜ਼ਿੰਦਗੀ 'ਚ ਆਉਂਦੇ ਹੀ ਨਹੀਂ, ਆਉਂਦੇ ਨਹੀਂ। ਕਹਿੰਦੇ ਉਹ ਵਿਚਾਰੇ ਕਿਆ ਕਰਨ, ਉਹਨਾਂ ਦੇ ਭਾਗ ਧੁਰ ਮੰਦੇ। ਕਹਿੰਦੇ ਇੱਕ ਮੁੱਢੋਂ ਪੈਰ ਨਹੀਂ ਪਾਉਂਦੇ, ਜਨਮ ਤੋਂ ਲੈ ਕੇ ਮਰਨ ਤੱਕ ਪੈਰ ਹੀ ਨਹੀਂ ਪਾਉਂਦੇ, ਦਰਬਾਰ 'ਚ ਆਉਂਦੇ ਨਹੀਂ। ਕਹਿੰਦੇ ਉਹ ਫਿਰ ਕਹਿੰਦੇ ਰੱਬ ਦੇ ਮਾਰੇ ਹੋਏ ਆ। ਕਹਿੰਦੇ ਉਹ ਵਿਚਾਰੇ ਕਿਆ ਕਰਨ, ਹਜ਼ੂਰ ਮੋਹਰ ਲਾਉਂਦੇ ਆ। ਕਹਿੰਦੇ ਭਾਗ ਧੁਰ ਮੰਦੇ। ਕਹਿੰਦੇ ਜਿੱਦੇ ਜੰਮਿਆ ਨਾ, ਉਹਦੇ ਕਰਮਾਂ 'ਚ ਲਿਖਿਆ ਹੀ ਨਹੀਂ ਉਹਦੇ ਆ ਦਰਬਾਰ। ਆਪਾਂ ਕਰਮਾਂ ਵਾਲੇ ਆ, ਵਧਾਈ ਦੇ ਪਾਤਰਾਂ, ਭਾਗਾਂ ਵਾਲੇ ਆ। ਇਸ ਕਰਕੇ ਦੀਵਾਨਾਂ ਵਿੱਚ ਬੈਠ ਕੇ ਐਂ ਪੁੰਨ ਬਣਦੇ ਆ, ਆਪਣੇ ਕਰਮ ਬਣਾਇਆ ਬਣਦੇ ਆ। ਹਜ਼ੂਰ ਨੇ ਇੱਕ ਸ਼ਬਦ ਉਚਾਰਨ ਕੀਤਾ, ਪਾਰ ਬ੍ਰਹਮ ਹੋਆ ਸੁਹਾਈ। ਸਿੱਖ ਨੇ ਪੁੱਛਿਆ ਜੀ ਕਿੱਥੇ ਪਾਰ ਬ੍ਰਹਮ ਰਹਿੰਦਾ, ਆਉਂਦਾ ਕਿੱਥੇ, ਸੁਹਾਈ ਕਿੱਥੇ ਹੁੰਦਾ? ਨਾਲ ਹੀ ਗੁਰੂ ਮਹਾਰਾਜ ਕਹਿੰਦੇ ਜਿੱਥੇ ਕਥਾ ਕੀਰਤਨ ਸੁਖਦਾਈ। ਗੁਰੂ ਜੀ ਕਹਿੰਦੇ ਕਥਾ ਕੀਰਤਨ ਜਿੱਥੇ ਹੁੰਦਾ ਨਾ ਸ਼ਾਂਤੀ ਨਾਲ, ਕਹਿੰਦੇ ਉੱਥੇ ਪਾਰ ਬ੍ਰਹਮ ਆਪ ਚੱਲ ਕੇ ਆ ਜਾਂਦਾ। ਗੁਰੂ ਨਾਨਕ ਸਾਹਿਬ ਆਪ ਚੱਲ ਕੇ ਆ ਜਾਂਦੇ ਆ। ਪਾਰ ਬ੍ਰਹਮ ਹੋਆ ਸੁਹਾਈ, ਕਥਾ ਕੀਰਤਨ ਸੁਖਦਾਈ। ਗੁਰਪੂਰੇ ਕੀ ਬਾਣੀ। ਹਜ਼ੂਰ ਕਹਿੰਦੇ ਜਿਹੜੀ ਕਥਾ ਹੈ, ਕੀਰਤਨ ਹੈ, ਕਹਿੰਦੇ ਗੁਰਪੂਰੇ ਕੀ ਬਾਣੀ। ਜਪ ਆਨੰਦ ਕਰੋ ਨਿਤ ਪ੍ਰਾਨੀ। ਪ੍ਰਾਨੀ ਬੰਦੇ ਨੂੰ ਆਖਿਆ, ਇਹ 'ਚ ਪ੍ਰਾਣ ਚੱਲਦੇ ਆ, ਪੈਰ ਤੋਂ ਸਿਰ ਤਾਈਂ, ਜਾਣੀ ਸਵਾਸ ਚੱਲਦੇ ਆ। ਪ੍ਰਾਣ ਆਖਿਆ ਪਿਛਲੀ ਕਮਾਈ ਨੂੰ, ਪਹਿਲੇ ਜਨਮ ਦੀ ਕਮਾਈ ਕੀਤੀ ਹੈ।
ਹੁਣ ਬੈਠੇ ਕਮਾਈ ਕਰ ਰਹੇ ਹਾਂ। 24,000 ਖਰਚ ਰੋਜ਼ ਦਾ, ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਨੂੰ ਇੰਨਾ ਘਾਟਾ ਸੋ ਬੰਦਾ ਕਿਵੇਂ ਜੀਵੇ। 24,000 ਸਵਾਸ ਲੰਘੇ ਜਾਂਦੇ ਆ। ਲੰਘੇ ਤਾਂ ਪਸ਼ੂਆਂ ਦੇ ਸੱਪ ਦੇ ਵੀ ਜਾਂਦੇ ਆ, ਪਰ ਜਿਹੜੇ ਆਹ ਸਵਾਸ ਤੁਹਾਡੇ ਲੰਘ ਰਹੇ ਆ, ਸੁਰਤੀ ਜੁੜੀ ਹੈ, ਸਵਾਸ ਲੰਘ ਰਹੇ ਹੈ। ਇਹ ਸਵਾਸ ਹਜ਼ੂਰ ਦੇ ਚਰਨਾਂ ਵਿੱਚ ਢੇਰ ਲੱਗ ਰਿਹਾ ਤੁਹਾਡੇ ਸਵਾਸਾਂ ਦਾ। ਇਹ ਸਵਾਸਾਂ ਦਾ ਸ਼ਾਂਤੀ ਦੇ ਸਵਾਸ ਹੈ। ਇੱਕ ਤੇਜ਼ੀ ਦੇ ਹੁੰਦੇ ਆ, 24 ਤੋਂ ਕਹਿੰਦੇ 10 ਵੱਧ ਜਾਂਦੇ ਆ, 24 ਤੋਂ 34 ਹੋ ਜਾਂਦੇ ਆ। ਜਦੋਂ ਕੋਈ ਬਕਾਰੀ ਹੋਵੇ, ਬੰਦਾ ਨਸ਼ਈ ਹੋਵੇ, ਤੇ ਕਹਿੰਦੇ ਕਾਮ ਕ੍ਰੋਧ ਮੋਹ ਹੰਕਾਰ ਜਦੋਂ ਫਾਜੇ ਨਾ ਬੰਦਾ, ਉਦੋਂ 64,000 ਸਵਾਸ ਚੱਲਣ ਲੱਗ ਜਾਂਦੇ ਆ। ਜਦੋਂ 64,000 ਚੱਲਣ ਲੱਗ ਜਾਵੇ, ਉਦੋਂ ਕਹਿੰਦੇ ਹਾਰਟ ਦਾ ਦੌਰਾ ਪੈ ਜਾਂਦਾ, ਉਹਨੂੰ ਮਰ ਜਾਂਦਾ ਬੰਦਾ। ਬਸ ਉਦੂਗਾ ਖਤਮ ਹੈ, ਉਦੂਗਾ ਸਵਾਸ ਉਹਦੇ ਚੱਲਦੇ ਨਹੀਂ, ਦਿਲ ਪਾਟ ਜਾਂਦਾ ਉਹਦਾ। ਬਕਾਰੀ ਬੰਦਾ ਤੇ ਹਜ਼ੂਰ ਪਾਤਸ਼ਾਹ ਜੀ ਮੋਹਰ ਲਾਉਂਦੇ ਆ ਆਪਣੇ। ਹੁਣ ਇੱਥੇ ਬੈਠਿਆਂ ਦੇ, ਹੁਣ ਬੈਠੇ ਆ, ਬਚਨ ਸੁਣੇ ਆ, ਕਥਾ ਕੀਰਤਨ ਸੁਣਦੇ ਆ, ਬਾਲੇ ਸਹਿਜ ਨਾਲ ਚੱਲ ਰਹੇ ਸਵਾਸ, ਸੁਣਨ ਵਾਲੇ ਸਵਾਸ ਹੈ ਵੀ ਸੁਣ ਰਹੇ ਆ। ਹੁਣ ਆਪਣੇ ਨਾ 18,000 ਚੱਲ ਰਹੇ। ਉਹ ਸਵਾਸਾਂ ਨੂੰ ਬ੍ਰੇਕ ਲੱਗਣ ਵਾਲੀ ਕੋਈ ਵੀ ਚੀਜ਼ ਨਹੀਂ ਹੈ ਦੁਨੀਆ 'ਤੇ। ਤੇਜ਼ੀ ਆ ਬਸ, ਗੱਡੀਆਂ ਮੋਟਰਸਾਈਕਲ ਹੋਰ ਆ, ਸਭ ਕੁਛ ਤੇਜ਼ ਚੱਲਦਾ। ਉਹਦੇ ਮੁਤਾਬਕ ਬੰਦੇ ਦੀ ਸੁਰਤੀ ਵੀ ਚੱਲਦੀ ਹੈ। ਸੁਰਤੀ ਦੇ ਮੁਤਾਬਕ ਸਵਾਸ ਵੀ ਤੇਜ਼ ਫੜ ਜਾਂਦੇ ਆ। ਤੇਜ਼ੀ ਤਾਂ ਹੀ ਬਿਮਾਰੀ ਵੱਧਦੀ ਹੈ। ਇਵੇਂ ਸਭ ਤੋਂ ਸਵਾਸ ਹੌਲੀ ਫਿਰ ਇਸ ਘਰ ਵਿੱਚ ਚੱਲਦੇ ਹੈ। ਬ੍ਰੇਕ ਹੈ ਬਾਣੀ ਇਸ ਦਰਬਾਰ ਵਿੱਚ। ਹੁਣ ਸਹਿਜ ਨਾਲ ਚੱਲਦੇ ਆ ਆਪਣੇ ਸਵਾਸ। ਜਿੱਥੇ 24,000 ਚੱਲਣਾ ਸੀ, ਉੱਥੇ 18,000 ਚੱਲਦੇ ਆ। 18,000 ਜਿਹਦੇ ਸਵਾਸ ਚੱਲਦੇ ਆ, ਅਨੇਕਾਂ ਰੋਗਾਂ ਦਾ ਨਾਸ ਹੋ ਜਾਂਦਾ। ਅਨੇਕਾਂ ਬਿਮਾਰੀਆਂ, ਗੋਲੀਆਂ, ਉਹਦਾ ਹਾਰਟ ਦਾ ਨੁਕਸ ਜਾਂ ਹੋਰ ਕੋਈ ਨੁਕਸ ਹੈ, ਜਿਹੜੇ ਅੰਦਰਲੇ ਵੱਡੇ ਵੱਡੇ ਨੁਕਸ, ਜਾਂ ਦਿਮਾਗ ਦੀ ਅਪਸੈਟੀ ਪਰੇਸ਼ਾਨੀ, ਜਾਂ ਬਲੱਡ ਵੱਧ ਜਾਣਾ, ਇਵੇਂ ਇਹੋ ਜਿਹੇ ਨੁਕਸ ਹੈ ਜਿਹੜੇ ਵੱਡੇ ਵੱਡੇ। ਇਹ ਦਰਬਾਰ ਵਿੱਚ ਸੰਗਤ ਕਰਨ ਵਾਲੇ ਦੇ ਹੌਲੀ ਖੂਨ ਦਾ ਸਰਕਟ ਹੈ, ਹੌਲੀ ਹੋ ਜਾਂਦਾ, ਜਾਣੀ ਹੌਲੀ ਹੌਲੀ ਸਰੀਰ ਠੰਡਾ ਪੈ ਜਾਂਦਾ। ਇਹ ਦਰਬਾਰ ਵਿੱਚ ਆਣ ਕੇ ਖੂਨ ਠੰਡਾ ਪੈ ਜਾਂਦਾ। ਖੂਨ ਜਿਵੇਂ ਚੱਲਣਾ ਉਸ ਰਫਤਾਰ ਨਾਲ ਚੱਲਣ ਲੱਗ ਜਾਂਦਾ ਦਰਬਾਰ ਵਿੱਚ ਆਣ ਕੇ। ਮੇਰਾ ਵੈਦ ਗੁਰੂ ਗੋਬਿੰਦਾ, ਇਹ ਵੈਦਗੀ ਦਰਬਾਰ ਹੈ। ਇਸ ਕਰਕੇ ਹਜ਼ੂਰ ਮੋਹਰ ਲਾਉਂਦੇ ਆ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ। ਜਦੋਂ ਬਾਣੀ ਸੁਣੋਗੇ, ਜਪ ਆਨੰਦ ਕਰੋ ਨਿਤ ਪ੍ਰਾਨੀ। ਹੁਣ ਤੇਜ਼ੀ ਫੜ ਗਿਆ ਮੁਲਕ ਸਾਇੰਸ ਦੇ ਕਾਰਨ। ਅੱਗੇ ਗੁਰਦੁਆਰੇ 'ਚ ਅਖੰਡ ਪਾਠ ਰੱਖਣਾ, ਗੁਰਦੁਆਰਾ ਭਰ ਜਾਣਾ ਪਾਠ ਸੁਣਨ ਵਾਸਤੇ। ਅੱਗੇ ਲੋਕਾਂ ਨੇ ਸੁਣਨਾ ਹੈ, ਤੇ ਹੁਣ ਬੰਦਾ ਕੀ ਕਰਦਾ? ਹੁਣ ਜਾ ਕੇ ਕਹਿੰਦੇ ਜੀ ਸਪੀਕਰ ਬੰਦ ਕਰੋ, ਸਾਨੂੰ ਨੀਂਦ, ਸਾਡੇ ਪਿਕਚਰ ਖਰਾਬ ਹੋ ਰਹੀ ਹੈ, ਹੋਰ ਸਾਡਾ ਕੁਛ ਖਰਾਬ ਹੋ ਰਿਹਾ, ਹੁਣ ਬੰਦ ਕਰੋ। ਤੇਜ਼ੀ ਫੜ ਗਿਆ, ਉਲਟ ਕੰਮ ਚੱਲ ਪਿਆ। ਇਹਨੂੰ ਕਹਿੰਦੇ ਕਲਯੁਗ ਵੱਧ ਗਿਆ। ਕਲਯੁਗ ਕੋਈ ਹੋਰ ਦਰਖਤਾਂ ਨਾਲ ਤਾਂ ਨਹੀਂ ਲੱਗਿਆ, ਬੰਦਿਆਂ ਦੇ ਵਿੱਚ ਦੀ ਵੱਧ ਗਿਆ। ਇਸ ਕਰਕੇ ਇੱਥੇ ਹੁਣ ਸਤਿਯੁਗ ਵਰਤਦਾ। ਬੈਠੇ ਆ, ਗੁਰਪੂਰੇ ਕੀ ਬਾਣੀ, ਜਪ। ਜਪ ਸ਼ਬਦ ਆ ਜਿਹੜਾ ਵੀ ਜੀਵ ਨਾ ਬੋਲ ਕੇ ਜਪਣਾ ਚਾਹੀਦਾ।
ਹਜੂਰ ਕਹਿੰਦੇ ਪਾਤਸ਼ਾਹ ਜਪ ਦੇ ਕਾਰਨ ਥੋੜਾ ਜਿਹਾ ਜ਼ੋਰ ਲੱਗਦਾ, ਜ਼ੋਰ ਲੱਗਣ ਦੇ ਨਾਲ ਸਾਰੇ ਸਰੀਰ ਦੇ ਵਿੱਚ ਸ਼ਕਤੀ ਘੁੰਮਦੀ ਹੈ। ਸ਼ਕਤੀ ਜਪ ਆਨੰਦ ਕਰੋ ਨਿਤ ਪ੍ਰਾਨੀ, ਆਨੰਦ ਕਰੋ ਵੀ ਰੋਜ਼ ਜਪੋ ਨਿਤ ਪ੍ਰਾਨੀ। ਇਉਂ ਆਖੇ ਜਪ ਆਨੰਦ ਕਰੋ ਨਿਤ ਪ੍ਰਾਨੀ। ਹਜ਼ੂਰ ਕਹਿੰਦੇ ਸੱਚੇ ਪਾਤਸ਼ਾਹ ਸਾਧ ਸੰਗ ਸਦਾ ਸੁਖ ਪਾਈ ਹੈ। ਕਹਿੰਦੇ ਸਾਧੂ ਦੀ ਸੰਗਤ ਵਿੱਚ ਆਣ ਕੇ ਸਦਾ ਸੁਖ ਪਾਈ ਹੈ। ਹਰ ਬਿਸਰ ਨਾ ਕਬਹੂ ਜਾਈ। ਗੁਰੂ ਸਾਹਿਬ ਫਰਮਾਉਂਦੇ ਪੰਜਵੇਂ ਪਾਤਸ਼ਾਹ ਕਹਿੰਦੇ ਵੇਖਿਓ ਘਾਟਾ ਨਾ ਖਾ ਜਿਓ, ਸਾਧੂ ਦੀ ਸੰਗਤ ਬਿਸਰ ਨਾ ਜਾਇਓ, ਸਾਧ ਸੰਗ ਬਿਸਰ ਨਾ ਜਾਈ। ਇਉਂ ਆਖਿਆ ਗੁਰਪੂਰੇ ਕੀ ਬਾਣੀ, ਜਪ ਆਨੰਦ ਕਰੋ ਨਿਤ ਪ੍ਰਾਨੀ, ਸਾਚਾ ਸਿਮਰੋ ਭਾਈ। ਹਜ਼ੂਰ ਕਹਿੰਦੇ ਝੂਠੇ ਨੂੰ ਨਾ ਸਿਮਰੋ, ਸੱਚੇ ਪਾਤਸ਼ਾਹ ਨੂੰ ਸਿਮਰੋ, ਅਕਾਲ ਪੁਰਖ ਨੂੰ ਸਿਮਰੋ। ਇਉਂ ਆਖਿਆ ਗੁਰੂ ਮਹਾਰਾਜ ਜੀ। ਜਿਹੜੀ ਮਨ ਦੀ ਕਲਪਨਾ ਦੁਬਦਾ ਹੈ ਇਹ ਬਹੁਤੀ ਜਦੋਂ ਇਕੱਠੀ ਕੋਈ ਪੁੱਛੇ, ਅੰਮ੍ਰਿਤ ਛਕਿਆ ਨਾ ਕੋਈ ਪੁੱਛੇ ਤੇਰਾ ਗੁਰੂ ਕਿਹੜਾ, ਫੱਟ ਕਹਿ ਦੇਣਾ ਚਾਹੀਦਾ ਗੁਰੂ ਨਾਨਕ ਮੇਰਾ ਗੁਰੂ ਹੈ, ਆਪਣਾ ਮੁੱਢ ਹੈ। ਕਲਪਨਾ ਖਤਮ ਹੋ ਗਈ ਹੈ। ਕਲਪਨਾ ਸੰਗਤ ਆ ਮਹਾਂਪੁਰਖਾਂ ਦੀ। ਕਿਹੜੇ? ਜਿਹੜੇ ਮੈਨੂੰ ਗੁਰੂ ਨਾਨਕ ਨਾਲ ਜੋੜਦੇ ਆ, ਉਹਨਾਂ ਮਹਾਂਪੁਰਖਾਂ ਦੀ ਸੰਗਤ ਹੈ। ਗੁਰੂ ਨਾਨਕ ਮੇਰਾ ਗੁਰੂ ਹੈ। ਗੁਰੂ ਦੀ ਮੈਂ ਰੋਜ਼ ਬਾਣੀ ਪੜ੍ਹਦਾ, ਸਤਿਗੁਰਾਂ ਦੀ ਗੁਰੂ ਜਾਣ ਕੇ ਬਾਣੀ ਪੜ੍ਹਦਾ। ਇਉਂ ਅਵਸਥਾ ਬਣਾਉਣੀ ਚਾਹੀਦੀ ਬੰਦੇ ਦੀ। ਇਵੇਂ ਗੁਰੂ ਜੀ ਕਹਿੰਦੇ ਸਾਚਾ ਸਿਮਰੋ ਭਾਈ, ਸਾਧ ਸੰਗ ਸਦਾ ਸੁਖ ਪਾਈਐ, ਹਰ ਵਿਸਰ ਨਾ ਕਬਹੂ ਜਾਈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ। ਜਿਹੜਾ ਇੱਥੇ ਵਰਤ ਰਿਹਾ ਹੁਣ ਇਸ ਟਾਈਮ 'ਤੇ ਗੱਲ ਨਾਮ ਦੀ ਹੈ, ਬਸ ਦੂਜੀ ਗੱਲ ਨਹੀਂ ਹੈ। ਹਜ਼ੂਰ ਪਾਤਸ਼ਾਹ ਜੀ ਕਹਿੰਦੇ ਸਤਸੰਗ ਕਰੋ। ਤੇ ਪਾਤਸ਼ਾਹ ਨੇ ਜਦੋਂ ਬਚਨ ਕੀਤਾ ਤੇ ਸਿੱਖ ਨੇ ਆਖਿਆ ਜੀ ਕਿਸ ਨੂੰ ਕਹਿੰਦੇ ਸਤਸੰਗ, ਸਤ ਸੰਗਤ ਕੈਸੀ ਜਾਣੀਏ। ਗੁਰੂ ਮਹਾਰਾਜ ਜੀ ਕਹਿੰਦੇ ਜਿੱਥੇ ਇੱਕੋ ਨਾਮ ਵਖਾਣੀ, ਇੱਕੋ ਨਾਮ ਹੁਕਮ ਹੈ ਭਾਈ। ਇਹ ਦਰਬਾਰ ਵਿੱਚ ਬੁਲਾਰੇ ਨੂੰ ਜਿਹੜਾ ਬਖਤਾ ਹੈ ਉਹਨੂੰ ਇੱਕੋ ਨਾਮ ਹੁਕਮ ਹੈ ਭਾਈ। ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰ ਨਾਲ ਜੋੜਨ ਵਾਸਤੇ ਬਖਤਾ ਹੁੰਦਾ ਜਿਹੜਾ ਵਿਚਾਰ ਕਰਦਾ ਬਾਣੀ ਦੀ, ਸੰਗਤਾਂ ਨੂੰ ਦੱਸਦਾ। ਸਰੋਤਾ ਹੁੰਦਾ ਜਿਹੜਾ ਬੈਠਾ ਸਾਹਮਣੇ ਸੁਣਨ ਵਾਲਾ ਹੁੰਦਾ। ਇਵੇਂ ਹਜ਼ੂਰ ਮਹਾਰਾਜ ਮੋਹਰ ਲਾਉਂਦੇ ਆ। ਗੁਰੂ ਜੀ ਕਹਿੰਦੇ ਪਾਤਸ਼ਾਹ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ। ਅੰਮ੍ਰਿਤ ਨਾਮ ਹੈ, ਨਾਮ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ। ਜੋ ਸਿਮਰੈ ਸੋ ਜੀਵਾ। ਜੋ ਸਿਮਰਦਾ ਇਹਦੇ ਅਰਥ ਦੋ ਹੈ। ਉਹੀ ਬੰਦਾ ਹੈ ਜਿਹੜਾ ਸਿਮਰਦਾ। ਜਿਹੜਾ ਸਿਮਰ ਨਹੀਂ ਕਰਦਾ ਉਹਨੇ ਹਜੇ ਜਨਮ ਵੀ ਨਹੀਂ ਲਿਆ। ਬੰਦਿਆਂ ਦੇ ਘਰੇ ਨਹੀਂ ਜਨਮ ਲਿਆ, ਬੰਦਾ ਨਹੀਂ ਹੈ। ਹਜ਼ੂਰ ਕਹਿੰਦੇ ਪਾਤਸ਼ਾਹ ਜੋ ਸਿਮਰੈ ਸੋ ਜੀਵੈ। ਹਜ਼ੂਰ ਕਹਿੰਦੇ ਉਹ ਜਿਉਂਦਾ ਹੈ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਰਾੜੇ ਵਾਲੇ ਬਾਬਾ ਜੀ ਨੇ। ਇਹ ਗੁਰੂ ਪਿਆਰਾ ਬਹੁਤ ਚਿਰ ਹੋ ਗਿਆ ਮਿਲਿਆ ਸੀ, ਬਿਰਧ ਸੀਗਾ, ਢਿੱਲਾ ਸੀ ਥੋੜ੍ਹਾ, ਸਾਡੇ ਕੋਲ ਗਿਆ ਸੀ। ਤੇ ਉਹ ਕਹਿੰਦੇ ਸੀ ਬਾਬਾ ਜੀ ਰਾੜੇ ਵਾਲੇ ਕਹਿੰਦੇ ਆਪਾਂ ਮਾਘ ਦਾ ਮਹੀਨਾ ਨਹਿਰ 'ਤੇ ਬਹਿ ਕੇ ਤੇ ਪਾਣੀ ਵੱਲ ਮੂੰਹ ਕਰਕੇ ਨਹਿਰ 'ਤੇ ਇਸ਼ਨਾਨ ਕਰਕੇ ਵੀ ਨਿਤਨੇਮ ਕਰਨਾ। ਸੰਗਤਾਂ ਨੂੰ ਆਖਿਆ ਪਹਿਲੇ ਦਿਨ 150 ਬੰਦਾ ਸੀ, ਦੂਜੇ ਦਿਨ
ਅੱਧੇ ਹੀ ਰਹਿ ਗਏ। ਹੌਲੀ ਹੌਲੀ ਘਟਦੇ ਗਏ। ਮਾਘ ਦਾ ਮਹੀਨਾ ਪੂਰਾ ਕਿਸੇ ਨੇ ਕੀਤਾ ਨਹੀਂ। ਮਾਘ ਦਾ ਮਹੀਨਾ ਤੇ ਰਾਜੇ ਵਾਲੇ ਬਾਬਾ ਜੀ ਕਹਿੰਦੇ ਇੱਕ ਬੰਦਾ ਆਪਣੇ ਕੋਲੇ ਸੀਗਾ ਇੱਥੇ, ਉਹ ਭਾਈ ਕਹਿੰਦੇ ਜੀ ਉਹ ਜਦੋਂ ਨਹਾਤਾ ਨਾ ਉਹਨੇ ਸੱਪ ਵੇਖ ਲਿਆ ਨਹਿਰ 'ਚ। ਉਹ ਕਹਿੰਦਾ ਜੇ ਮਰਨਾ ਹੈ ਤਾਂ ਕਹਿੰਦੇ ਐਵੇਂ ਸੱਪ ਲੜੂਗਾ, ਕੀ ਲੋੜ ਹੈ। ਰਾੜੇ ਵਾਲੇ ਬਾਬਾ ਜੀ ਸਹਿ ਸੁਆਏ ਕਹਿੰਦੇ ਜੇ ਸੱਪ ਲੜਨਾ ਤਾਂ ਘਰੇ ਬੈਠੇ ਦੇ ਲੜ ਜਾਣਾ। ਉਹਦੇ ਘਰੇ ਸੁੱਤੇ ਪਏ ਦੇ ਲੜ ਗਿਆ, ਘਰੇ ਹੀ ਲੜ ਗਿਆ ਉਹਦੇ ਸੱਪ। ਇਵੇਂ ਸਾਧ ਸੰਗਤ ਜਿਨ੍ਹਾਂ ਨੇ ਬਾਬਾ ਜੀ ਮਹਾਂਪੁਰਸ਼ਾਂ ਦਾ ਬਚਨ ਮੰਨਿਆ, ਮਗਰੋਂ 6-7 ਬੰਦੇ ਹੀ ਰਹਿ ਗਏ ਪੂਰਾ ਮਾਘ ਦਾ ਮਹੀਨਾ ਕਰਨ ਵਾਸਤੇ, ਨਾਮ ਜਪਣ ਵਾਸਤੇ ਇਕੱਲੇ ਹੀ। ਤੇ 6-7 ਨਾਲ ਹੀ ਰਹੇ ਸਾਰੀ ਜ਼ਿੰਦਗੀ। 6-7 ਸਾਰੇ ਮਹਾਂਪੁਰਖ ਹੀ ਬਣ ਗਏ, ਮਹਾਂਪੁਰਖ ਬਣ ਗਏ। ਜੋ ਸਿਮਰੈ ਸੋ ਜੀਵੈ। ਜੀਵੇ ਦੇ ਮਤਲਬ ਲੈ ਵੀ ਜਿਉਂਦਾ ਹੈ, ਉਹ ਮਰਦਾ ਹੀ ਨੀਗਾ, ਅਮਰ ਹੋ ਜਾਂਦਾ। ਸਿਮਰਨ ਕਰਨ ਵਾਲਾ ਅਮਰ ਹੋ ਜਾਂਦਾ। ਬਾਬਾ ਆਨੰਦ ਸਿੰਘ ਬੈਠੇ ਆ, ਵੇਖੋ 43 'ਚ ਜੋਤੀ ਜੋਤ ਸਮਾਏ। ਉਹ ਕੋਈ ਕਹਿੰਦਾ ਬਾਬਾ ਜੀ ਗਏ, ਕਹਿੰਦੇ ਨਹੀਂ ਬਾਬਾ ਜੀ ਇੱਥੇ ਹੀ ਹੈ। ਬਾਬਾ ਜੀ ਭੁੱਚੋ ਵਾਲੇ ਬਾਬਾ ਜੀ ਦਾ ਪਲੰਘ ਪਿਆ ਮੰਜਾ, 27 'ਚ ਜੋਤੀ ਜੋਤ ਸਮਾਏ ਆ। 90 ਸਾਲ ਹੋ ਗਏ ਤੇ ਸੰਗਤ ਹੱਥ ਜੋੜ ਕੇ ਮੱਥਾ ਟੇਕਦੀਆਂ, ਬਾਬਾ ਜੀ ਮੰਜੇ ਤੇ ਬੈਠੇ ਆ ਹਜੇ। ਉਹ ਅਮਰ ਹੋ ਗਏ ਨਾ। ਜਿੰਨਾ ਚਿਰ ਦੁਨੀਆ ਸੰਗਤ ਆਈ ਜਾਊ ਉੱਥੇ ਅਰਦਾਸਾਂ ਕਰੀ ਜਾਣੀਆਂ ਆਸਣ ਕੋਲੇ। ਕਿਉਂ? ਨਾਮ ਦੀ ਜੋ ਸਿਮਰੈ ਸੋ ਜੀਵ ਹੈ। ਉਹ ਜਿੰਦਾ ਜੀਵ ਹੈ, ਜੀਵ ਹੈ, ਉਹ ਜਿਉਂਦਾ ਹੈ, ਉਹ ਨਹੀਂ ਮਰਦਾ। ਨਾਮ ਮਰਦਾ ਨਹੀਂ ਤੇ ਨਾਮੀ ਵੀ ਨਹੀਂ ਮਰਦਾ। ਆਪਾਂ ਤੋਂ ਕਮਾਈ ਹੁੰਦੀ ਨਹੀਂ ਓਨੀ, ਉਹ ਥੋੜ੍ਹੀ ਥੋੜ੍ਹੀ ਕਰਦੇ ਰਹਿਣਾ ਚਾਹੀਦਾ। ਕਬੀਲਦਾਰੀ ਬੰਦਿਆਂ ਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਘੰਟਾ 2 ਘੰਟੇ 2.5 ਘੰਟੇ 3 ਘੰਟੇ ਕੋਸ਼ਟ ਕਰਨੀ ਚਾਹੀਦੀ ਹੈ। ਕੰਮ ਦਾ ਕਦੇ ਭੋਗ ਨਹੀਂ ਪਿਆ, ਕੰਮ ਤਾਂ ਬਾਜਾ ਹੀ ਮਾਰੀ ਜਾਂਦਾ। ਕੰਮ ਦਾ ਭੋਗ ਨਹੀਂ ਪਿਆ, ਕੰਮ ਕਰਨ ਵਾਲਿਆਂ ਦੇ ਭੋਗ ਰੋਜ਼ ਪੈਂਦੇ ਆ। ਕੰਮ ਬਾਜਾ ਮਾਰੀ ਜਾਂਦਾ ਵੀ ਉਹ ਕਰ ਲਾ, ਉਹ ਕਰ ਲਾ, ਉਹ ਕਰ ਲਾ, ਉਹ ਕਰ ਲਾ। ਉਦੋਂ ਨੂੰ ਧਰਮਰਾਜ ਦਾ ਵਿਸਲ ਵੱਜ ਜਾਂਦਾ। ਹੁਣ ਸਾਨੂੰ ਸਮਾਂ ਮਿਲਿਆ ਹੈ, ਇਹਦਾ ਕੰਮ ਵੀ ਕਰੋ, ਬੱਚੇ ਵੀ ਪਾਲੋ, ਨਾਲ ਕਰਮ ਵੀ ਕਰੋ। ਅੰਮ੍ਰਿਤ ਵੇਲੇ ਉੱਠ ਕੇ 2-2.5 ਘੰਟੇ ਨਿਤਨੇਮ ਵੀ ਕਰੋ। ਹਜ਼ੂਰ ਕਹਿੰਦੇ ਪਾਸ਼ ਕਰਮ, ਇਹ ਕਰਮ ਕਰ ਰਹੇ ਹਾਂ ਆਪਾਂ ਹੁਣ ਇਸ ਟਾਈਮ 'ਤੇ। ਦਿਨੇ ਕੰਮ ਕੀਤਾ, ਪਿਛਲੇ ਜਨਮ ਦੇ ਕੰਮ ਭੋਗੇ ਹੈ। ਕਿਸੇ ਨੂੰ ਮਾਇਆ ਦੇਣੀ ਹੈ, ਕਿਸੇ ਤੋਂ ਲਈ ਹੈ, ਕਿਸੇ ਭੈਣ ਭਾਈ ਨੂੰ ਮਿਲੇ ਹੈ, ਕਿਸੇ ਨਾਲ ਗੱਲਬਾਤ ਕੀਤੀ ਹੈ, ਦੋਸਤ ਮਿੱਤਰ ਕੋਲੇ ਗਏ ਹੈ। ਇਹ ਸਾਸ ਪਿਛਲੇ ਜਨਮ ਦਾ ਕਰਮ ਦਾ ਭੋਗ ਹੈ। ਹੁਣ ਕਰਮ ਬਣ ਰਹੇ ਹੈ, ਕਰਮ ਬਣਾਇਆ ਬਣਦੇ ਹੈ। ਘਰ ਬੈਠਿਆਂ ਰੋਟੀ ਵੀ ਨਹੀਂ ਮਿਲਦੀ। ਕੋਈ ਗੱਡੀ ਦਾ ਕੰਮ, ਕੋਈ ਡਰਾਈਵਰੀ ਦਾ ਕੰਮ, ਕੋਈ ਦੁਕਾਨ ਦਾ ਕੰਮ, ਕੋਈ ਕੁਛ ਕਰਨਾ ਪੈਂਦਾ ਰੋਟੀ ਵਾਸਤੇ। ਤੇ ਪੁੰਨ ਮਨਾਉਣ ਵਾਸਤੇ ਮਨਾ ਉਦਮ ਕਰ। ਆਨੰਦ ਭਿਆ ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਪੂਰੀ ਉਦਮ ਕਰਨਾ, ਉਦਮ ਦੇ ਨਾਲ ਗੁਰਮੁਖੋਂ ਮਾਇਆ ਆ ਜਾਂਦੀ ਹੈ ਕਬੀਲਦਾਰੀ ਵਾਸਤੇ। ਉਦਮ ਨਾਲ ਪੁੰਨ ਬਣ ਜਾਂਦੇ, ਕਰਮ ਬਣ ਜਾਂਦੇ ਆ। ਉਦਮ ਦੇ ਨਾਲ ਵਰ ਮਿਲ ਜਾਂਦੇ ਆ। ਉਦਮ ਦੇ ਨਾਲ ਉੱਠ ਕੇ ਇਸ਼ਨਾਨ ਕਰੇ, ਨਿਤਨੇਮ ਕਰੇ, ਜਾਂ ਮਹਾਂਪੁਰਖਾਂ ਕੋਲ ਰਹਿ ਕੇ ਸੇਵਾ ਕਰੇ, ਬਚਨ ਮੰਨੇ। ਉਦਮ ਕਰਤ ਆਨੰਦ ਭਿਆ, ਉਹਨੂੰ ਵਰ ਮਿਲਦੇ ਆ। ਮਹਾਂਪੁਰਖ ਫਿਰ ਵਰ ਦੇ ਦਿੰਦੇ ਆ। ਕਹਿੰਦੇ ਜੇ ਖੁਸ਼ ਹੋ ਕੇ ਇੱਕ ਵੇਰਾ ਚੰਗਾ ਬ੍ਰਹਮ ਗਿਆਨੀ ਸ਼ਾਬਾਸ਼ੀ ਕਹਿ ਦੇਵੇ, ਕਹਿੰਦੇ ਆਉਂਦੇ ਜਨਮ ਨੂੰ ਬਾਦਸ਼ਾਹ ਬਣ ਜਾਂਦਾ। ਸ਼ਾਹ ਬਾਦਸ਼ਾਹ ਕਹਿੰਦੇ ਸ਼ਾਬਾਸ਼ੀ ਦੇ ਦੇਵੇ ਨਾ, ਕਹਿੰਦੇ ਸ਼ਾਹ
ਬਾਦਸ਼ਾਹ, ਕਹਿੰਦੇ ਬਾਦਸ਼ਾਹ ਬਣ ਜਾਂਦਾ। ਕਹਿੰਦੇ ਜੇ ਬੰਦਾ ਉਦਮ ਦੇ ਨਾਲ ਮਹਾਂਪੁਰਖਾਂ ਕੋਲੇ ਰਹਿ ਕੇ ਸੇਵਾ ਕਮਾਵੇ, ਖੁਸ਼ ਕਰ ਲਵੇ ਆਪਣੇ ਮਾਲਕ ਨੂੰ, ਮਹਾਂਪੁਰਖਾਂ ਨੂੰ, ਜਿਵੇਂ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਖੁਸ਼ ਕੀਤਾ, ਉਵੇਂ ਸਾਧ ਸੰਗਤ ਬਾਬਾ ਜੀ ਨੇ। ਬਾਬਾ ਜੀ ਕਹਿਣ ਲੱਗੇ, ਬਾਬਾ ਈਸ਼ਰ ਸਿੰਘ ਮਹਾਰਾਜ ਨੂੰ ਕਹਿੰਦੇ, ਮਗਰੋਂ ਕਹਿਣਗੇ ਅਨਪੜ੍ਹ ਰੱਖ ਲਿਆ, ਤੂੰ ਐਂ ਕਰ ਵੀ ਥੋੜ੍ਹਾ ਜਿਹਾ ਬਾਜਾ ਸਿੱਖ ਲਾ, ਕੀਰਤਨ ਕਰਨ ਜੋਗਾ ਹੋ ਜਾ। ਕੀ ਆਖਿਆ ਜੀ? ਸਤ ਬਚਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ। ਸਿਆਲੀ ਸੇਵਾ ਕਰਕੇ, ਵੱਡੇ ਬਾਬਿਆਂ ਦੀ ਸੇਵਾ ਕਰਕੇ ਜਦੋਂ ਬਾਬਾ ਜੀ ਸਮਾਧੀ 'ਚ ਹੋਏ, ਉਹ ਟਾਈਮ 'ਤੇ ਬਾਬਾ ਈਸ਼ਰ ਸਿੰਘ ਪਾਤਸ਼ਾਹ ਜੀ ਰਾਗੀ ਕੋਲੇ ਗਏ। ਉੱਥੇ ਸੰਤਾ ਸਿੰਘ ਰਾਗੀ ਰਹਿੰਦਾ ਸੀ। ਵੀ ਬਾਬਿਆਂ ਨੇ ਕਿਹਾ ਬਾਜਾ ਸਿੱਖਣਾ। ਉਹ ਕਹਿੰਦੇ ਠੀਕ ਹੈ। ਕਹਿੰਦੇ ਪਹਿਲਾਂ ਸੁਰਤੇ ਹੱਥ ਧਰਨਾ, ਫਿਰ ਬਾਜਾ ਫੇਰਨਾ, ਪੱਖਾ ਫੇਰਨਾ। ਉਹਨਾਂ ਨੇ ਇਉਂ ਕਿਹਾ, ਕਹਿੰਦੇ ਆਹ ਸੁਰ ਹੈ ਦਰਗਾਹੀ, ਇਹ ਸੁਰ ਤੇ ਹੱਥ ਧਰਨਾ, ਜਦੋਂ ਬਾਜਾ ਫੇਰਨਾ ਇਹ ਸੁਰ ਬੋਲਦੀ ਹੈ, ਇੱਕ ਤੂੰ ਹੀ ਨਿਰੰਕਾਰ। ਬਾਜਾ ਫੇਰ ਕੇ ਆਖਿਆ, ਕਹਿ ਇੱਕ ਤੂੰ ਹੀ ਨਿਰੰਕਾਰ। ਜੇ ਦੋ ਤਿੰਨ ਵਾਰੀ ਕਿਹਾ ਹੀ ਹਜੇ ਇੱਕ ਸੌਰੀ ਦੱਸੀ ਹੈ, ਇੱਕ ਤੂੰ ਹੀ ਨਿਰੰਕਾਰ, ਇਉਂ ਆਖਿਆ। ਜਦੋਂ ਇਉਂ ਆਖਿਆ ਤੇ ਉਹ ਟਾਈਮ 'ਤੇ ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ, ਈਸ਼ਰ ਕਿੱਥੇ ਹੈ? ਆਖਿਆ ਜੀ ਬਾਜਾ ਸਿੱਖਣ ਗਿਆ। ਬਾਬਾ ਜੀ ਕਹਿੰਦੇ ਵਿਗੜ ਗਿਆ ਲੱਗਦਾ, ਉਹਨੂੰ ਬਾਜਾ ਤਾਈਂ ਕੀ ਪਿਆ, ਉਹਨੂੰ ਬਾਜਾ ਤਾਈਂ ਕੀ ਅੱਜਾ ਬੁਲਾ ਕੇ ਲਿਓ। ਬਾਬਾ ਜੀ ਕਹਿੰਦੇ ਚੰਗਾ ਭਲਾ ਤੂੰ ਸਾਡੀ ਸੇਵਾ ਕਰਦਾ, ਤੈਨੂੰ ਬਾਜਿਆਂ ਤਾਈਂ ਕੀ ਪਿਆ। ਕੀ ਆਖਿਆ? ਇਉਂ ਨਹੀਂ ਆਖਿਆ, ਆਪਣੇ ਗੁਰੂ 'ਚ ਦੋਸ਼ ਨਹੀਂ ਦਿੱਤਾ। ਇਉਂ ਨਹੀਂ ਆਖਿਆ ਜੀ ਤੁਸੀਂ ਭੇਜਿਆ, ਨਾ। ਕੀ ਆਖਿਆ ਜੀ? ਗਲਤੀ ਹੋ ਗਈ, ਭੁੱਲ ਹੋ ਗਈ, ਬਖਸ਼ ਲਓ। ਇਹ ਵੀ ਇੱਕ ਜਮਾਤ ਹੈ। ਜਮਾਤ ਜਦੋਂ ਜਨਮ ਪੂਰੇ ਹੋ ਜਾਣ ਨਾ, ਉਦੋਂ ਇਹ ਜਮਾਤ ਕੰਮ ਆਉਂਦੀ ਹੈ, ਉਦੋਂ ਬਿਰਲਾ ਬੰਦਾ। ਹਾਂ, ਨਹੀਂ ਕਈ ਮੌਕੇ ਨਿੱਕੇ ਨਿੱਕੇ ਗੱਲਾਂ 'ਤੇ ਆਪਣੇ ਗੁਰੂ 'ਚ ਹੀ ਦੋਸ਼ ਦੇਣ ਲੱਗ ਜਾਂਦੇ, ਆਪ ਸੱਚੇ ਹੋ ਜਾਂਦੇ ਸੇਵਾਦਾਰ। ਇਸ ਕਰਕੇ ਸਾਧ ਸੰਗਤ ਭੁੱਲ ਹੋ ਗਈ। ਤੀਜੇ ਕੁ ਦਿਨ ਬਾਬਾ ਜੀ ਕਹਿੰਦੇ ਤੂੰ ਆਖੇ ਨਹੀਂ ਲੱਗਦਾ, ਵਿਗੜ ਗਿਆ ਲੱਗਦਾ, ਤੈਨੂੰ ਕਈ ਵਾਰ ਕਿਹਾ ਬਾਜਾ ਸਿੱਖਿਆ ਜੀ। ਸਤ ਬਚਨ ਬਾਜਾ ਸਿੱਖਣ ਚਲੇ ਗਏ। ਹਜੇ ਉਵੇਂ ਹੀ ਹੋਈ ਗੱਲ, ਹਜੇ ਇੰਨਾ ਹੀ ਕਿ ਇੱਕ ਤੂੰ ਹੀ ਨਿਰੰਕਾਰ। ਇਉਂ ਆਖੇ ਚੀਜ਼ ਸਿੱਖਣ ਵਾਲੀ ਹੋਰ ਕੋਈ ਨਹੀਂ। ਜਿਹਨੇ ਇਹੀ ਸਿੱਖ ਲੈਣੇ, ਇੱਕ ਤੂੰ ਹੀ ਨਿਰੰਕਾਰ, ਬਸ ਸਭ ਕੁਝ ਸਿੱਖ ਗਿਆ। ਦਸਤਗੀਰ ਨੂੰ ਬਾਬਾ ਜੀ ਕਹਿੰਦੇ ਗਿਣਤੀ ਆਉਂਦੀ ਹੈ? ਕਹਿੰਦਾ ਆਉਂਦੀ ਹੈ। ਬਾਬਾ ਜੀ ਕਹਿੰਦੇ ਬੋਲ, ਕਹਿੰਦਾ 1 2 3 4 5। ਬਾਬਾ ਜੀ ਕਹਿੰਦੇ ਗਲਤ ਬੋਲ ਗਿਆ। ਬਾਬਾ ਜੀ ਕਹਿੰਦੇ ਏਕੇ ਤੋਂ ਪਹਿਲਾਂ ਬੋਲ। ਏਕੇ ਤੋਂ ਪਹਿਲਾਂ ਕੀ ਹੈ? ਉਹ ਕਹਿੰਦਾ ਕੁਛ ਨਹੀਂ ਹੈ। ਬਾਬਾ ਜੀ ਕਹਿੰਦੇ ਫਿਰ ਦੂਏ ਵਿੱਚ ਵੀ ਕੁਛ ਨਹੀਂ ਹੈ, ਦੂਆ ਤਾਂ ਦਵੈਤ ਹੀ ਹੈ। ਬਾਬਾ ਜੀ ਕਹਿੰਦੇ ਸਾਰੀ ਗੱਲ ਏਕੇ ਦੀ ਹੋਈ ਹੈ, ਪੜ੍ਹਾਈ ਏਕੇ ਦੀ ਹੋਈ ਹੈ। ਦਸਤਗੀਰ ਨੂੰ ਕਹਿੰਦੇ, ਉਹਨੇ ਮੱਥਾ ਟੇਕਦਾ ਹੈਰਾਨ ਹੋ ਗਿਆ। ਜਿਹੜਾ ਇੱਕ ਨਾਲ ਜੁੜ ਗਿਆ ਉਹ ਸੱਚਖੰਡ ਚਲਿਆ ਗਿਆ। ਇਉਂ ਆਖਿਆ। ਇਵੇਂ ਬਾਬਾ ਜੀ ਜੇ ਦੂਜੀ ਵੇਰ ਸਤ ਬਚਨ ਕਹਿ ਕੇ ਬਾਜਾ ਸਿੱਖਣ ਚਲੇ ਗਏ। ਬਸ ਇੰਨਾ ਹੀ ਸਿੱਖਿਆ, ਇੱਕ ਤੂੰ ਹੀ ਨਿਰੰਕਾਰ। ਤੇ ਬਾਬਾ ਜੀ ਕਹਿਣ ਲੱਗੇ ਈਸ਼ਰ ਕਿੱਧਰ ਗਿਆ? ਆਹ ਜੀ ਬਾਜਾ ਸਿੱਖਣ ਗਿਆ। ਬਾਬਾ ਜੀ ਕਹਿੰਦੇ ਵਿਗੜ ਗਿਆ ਲੱਗਦਾ, ਉਹਨੂੰ ਲਿਆਓ ਇੱਥੇ। ਬਾਬਾ ਜੀ ਕਹਿੰਦੇ ਤੈਨੂੰ ਕਈ ਵਾਰ ਕਿਹਾ ਬਾਜੇ ਦੀ ਤੈਨੂੰ ਕੀ ਲੋੜ? ਤੈਨੂੰ ਕੀ ਨਹੀਂ ਕਿਹਾ ਬਾਜਾ ਸਿੱਖਣ ਨੂੰ? ਘੂੰਦੇ ਹੁੰਦੇ ਮਹਾਂਪੁਰਖ ਵੀ ਵੇਖਦੇ ਕਿੱਥੋਂ ਬੋਲਦਾ। ਤੇ ਕੀ ਆਖਿਆ? ਆਖਿਆ ਜੀ ਭੁੱਲ ਹੋ ਗਈ, ਮੇਰੀ ਮੋਟੀ ਮੱਤ
ਗਲਤੀ ਹੋ ਗਈ, ਇਉਂ ਆਖਿਆ। ਤੇ ਸਾਧ ਸੰਗਤ ਚੰਗਾ ਭਲਾ ਤੂੰ ਸਾਡੀ ਸੇਵਾ 'ਚ ਲੱਗਿਆ, ਇਉਂ ਆਖਿਆ। ਤੇ ਸਾਧ ਸੰਗਤ ਸਤ ਵਚਨ ਆਖਿਆ। ਕਈ ਮੌਕੇ ਬਾਬਾ ਜੀ ਨੇ ਕਹਿਣਾ ਤੇਰੇ ਕੋਲ ਕੋਈ ਹੋਰ ਸ਼ਬਦ ਹੀ ਹੈ ਨਹੀਂ, ਇਹੀ ਸ਼ਬਦ ਸਾਰਿਆਂ ਤੋਂ ਵਧੀਆ ਇਹੀ ਹੈ ਵੀ ਭੁੱਲ ਹੋ ਗਈ, ਗਲਤੀ ਹੋ ਗਈ, ਬਾਈ ਚਲੋ ਮਾਫੀ ਦਿਓ, ਮੇਰੀ ਮੱਟ ਬਈ ਇਹਦੂ ਗੱਲ ਹੀ ਹੋਰ ਗਾਹ ਹੀ ਨਹੀਂ। ਗੱਲ ਤਾਂ ਇਹਦੂ ਗੱਲ ਇਹੀ ਹੈ ਵੀ ਆ ਪਿਆ ਵਾਜਾ ਤੇ ਮੈਂ ਚੱਲਿਆ। ਦੂਜੀ ਗੱਲ ਤਾਂ ਇਹੀ ਹੈ ਨਾ ਫਿਰ ਵੀ ਕਸ਼ਹਿਰਾ ਲੈ ਜਾ, ਕਹਿੰਦਾ ਨਹੀਂ ਨਹੀਂ ਮੈਂ ਇੱਕ ਕਸ਼ਹਿਰਾ ਵੀ ਨਹੀਂ ਚੱਕਣਾ। ਉਹ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਹੁਕਮ ਨਹੀਂ ਕਮਾਇਆ ਜਾਂਦਾ। ਤੇ ਉੱਥੇ ਸਾਧ ਸੰਗਤ ਤੀਜੀ ਵੇਰ ਆਖਿਆ। ਬਾਬਾ ਈਸ਼ਰ ਸਿੰਘ ਮਹਾਰਾਜ ਸਾਹਮਣੇ ਖੜ੍ਹ ਗਏ ਹੱਥ ਜੋੜ ਕੇ। ਬਾਬਾ ਜੀ ਕਹਿਣਗੇ ਪਾਤਸ਼ਾਹ ਬੇਨਤੀ ਹੈ, ਮਾਤਾ ਜੀ ਛੱਡਤੇ ਹੈ, ਘਰ-ਬਾਰ ਛੱਡਤਾ, ਸ਼ੁਦਾ ਸ਼ਾਦੀ ਨਹੀਂ ਕਰਾਉਣੀ, ਪਿੰਡ ਝੋਲਣਾ ਛੱਡਤਾ, ਤੁਹਾਡੇ ਚਰਨਾਂ 'ਚ ਹੁਣ ਤੁਹਾਡੇ ਚਰਨਾਂ 'ਚ ਰਹਿਣਾ 9 ਸਾਲ ਹੋ ਗਏ ਆ। ਇੱਕ ਬੇਨਤੀ ਹੈ, ਚਾਹੇ ਬਾਜਾ ਸਿਖਾ ਲਓ, ਚਾਹੇ ਜੋੜੀ ਸਿਖਾ ਲਓ, ਚਾਹੇ ਪਾਠ ਸਿਖਾ ਲਓ, ਪਾਠ ਤੇ ਚਾਹੇ ਬੋਲਣਾ ਸਿਖਾ ਲਓ ਦੀਵਾਨ 'ਚ। ਤੇ ਇੱਕ ਬੇਨਤੀ ਹੈ ਵੀ ਮੈਂ ਤੁਹਾਡਾ ਵਚਨ ਮੰਨਣਾ ਸਿੱਖ ਜਾਊਂ। ਬਾਬਾ ਜੀ ਨੇ ਬਾਂਹ ਫੜ ਕੇ ਨਾ ਤੇ ਥਾਪੀ ਦੇ ਕੇ ਬੁੱਕਲ ਵਿੱਚ ਘੁੱਟ ਕੇ ਬਾਬਾ ਜੀ ਕਹਿੰਦੇ ਈਸ਼ਰ ਜਿਹਨੇ ਸਾਡਾ ਵਚਨ ਮੰਨਣਾ ਸਿੱਖ ਲਿਆ ਨਾ, ਬਾਬਾ ਜੀ ਕਹਿੰਦੇ ਤੈਨੂੰ ਬਾਜੇ ਸਿੱਖਣ ਦੀ ਲੋੜ ਹੀ ਨਹੀਂ ਰਹੇਗੀ। ਜਦੋਂ ਦੀਵਾਨ 'ਚ ਬੈਠਿਆ ਕਰੇਗਾ ਨਾ ਰਾਗੀ ਤੇਰੇ ਹੇਠ ਉੱਤੇ ਡਿੱਗਿਆ ਕਰਨਗੇ। ਐਂ ਆਖਿਆ। ਵਰ ਲੈ ਲੈਣਾ ਚਾਹੀਦਾ, ਪਰ ਵਰ ਮਿਲਦਾ ਸਿੱਧੇ ਦੀ ਜਮਾਤ ਪਾਸ ਕਰਕੇ। ਔਖੀ ਗੱਲ ਬਹੁਤ ਹੈ। ਸਲਾਮ ਜਵਾਬ ਦੋਵੇਂ ਕਰੇ, ਮੁੱਦੋਂ ਕੁੱਥਾ ਜਾਏ। ਕਹਿੰਦੇ ਨਾਲੇ ਮੱਥਾ ਟੇਕੇ ਨਾਲੇ ਜਵਾਬ ਦੇਵੇ। ਤੇ ਕਹਿੰਦੇ ਫਿਰ ਉਹ ਕਹਿੰਦੇ ਪਾਤਸ਼ਾਹ ਕਹਿੰਦੇ ਕੁਛ ਲੈ ਨਹੀਂ ਸਕਦਾ, ਰਹਿੰਦਾ ਜ਼ਰੂਰ ਹੈ, ਉਹ ਪੈਸਾ ਖਾਲੀ ਜਾਂਦਾ। ਇਉਂ ਆਖਿਆ ਪਾਤਸ਼ਾਹ ਜੀ। ਇਸ ਕਰਕੇ ਹਜ਼ੂਰ ਮੋਹਰ ਲਾਉਂਦੇ ਹਨ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ, ਉਹਨੂੰ ਆਖਿਆ ਸੋ ਜੀਵੈ। ਬਾਬਾ ਜੀ ਅਮਰ ਹੋ ਗਏ ਹੈ। ਬਾਬਾ ਈਸ਼ਰ ਸਿੰਘ ਮਹਾਰਾਜ ਜੀ, ਨਾਨਕਸਰ ਵਾਲੇ ਬਾਬਾ ਜੀ, ਜੋ ਸਿਮਰੈ ਸੋ ਜੀਵੈ। ਜੋ ਸਿਮਰਨ ਕੀਤਾ, ਮਾਲਕ ਦਾ ਸਿਮਰਨ ਕੀਤਾ, ਮਹਾਂਪੁਰਖ ਦਾ ਸਿਮਰਨ ਕੀਤਾ। ਮਹਾਂਪੁਰਖ ਵੀ ਸਿਮਰਨ ਹੁੰਦੇ ਆ। ਫਿਕਰ ਰੱਖਣਾ ਸੇਵਾ ਸਿਮਰਨ ਦਾ, ਇਹ ਵੀ ਇੱਕ ਸਿਮਰਨ ਹੈ, ਸਿਮਰਨ ਹੈ। ਇਸ ਕਰਕੇ ਮਾਈਆਂ ਬੀਬੀਆਂ ਪਾਠ ਕਰਦੀਆਂ, ਪ੍ਰਸ਼ਾਦਾ ਲਿਆਉਂਦੀਆਂ, ਇਹ ਵੀ ਇੱਕ ਸਿਮਰਨ ਹੈ। ਸਿਮਰਨ ਚੱਲਦਾ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਪ੍ਰਸ਼ਾਦਾ ਬਣਾਉਣਾ, ਪ੍ਰਸ਼ਾਦਾ ਠਾਠ 'ਚ ਭੇਜਣਾ, ਇਹ ਵੀ ਇੱਕ ਸਿਮਰਨ ਹੈ। ਸੁਰਤੀ ਦਾ ਸਿਮਰਨ ਹੈ। ਇਵੇਂ ਆਖਿਆ ਜੋ ਸਿਮਰੈ ਸੋ ਜੀਵੈ। ਤੇ ਗਾਂ ਕੀ ਆਖਿਆ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ। ਵਿਘਨ ਵਿਨਾਸ਼ਨ। ਹਜ਼ੂਰ ਕਹਿੰਦੇ ਕਰਮ ਪ੍ਰਾਪਤ ਹੋਵੇ। ਇੱਥੇ ਬਾਬਾ ਦੀ ਮਿਹਰ ਦਾ ਸਦਕਾ ਦੀਵਾਨ ਜਿਹੜੇ ਰੱਖੇ ਗਏ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੀ ਹੈ। ਗੁਰੂ ਰਾਮਦਾਸ ਦਾ ਅਵਤਾਰ ਦਿਹਾੜਾ ਪਾਤਸ਼ਾਹ ਦਾ ਆ ਰਿਹਾ ਹੈ। ਆਪਾਂ ਉਹਨਾਂ ਦੀ ਯਾਦ ਵਿੱਚ ਦੀਵਾਨ ਮਨਾ ਰਹੇ ਹਾਂ। ਦੀਵਾਨ ਰੱਖੇ ਗਏ ਹੈ। ਬਾਬਾ ਜੀ ਦੀ ਕਿਰਪਾ ਚਲੋ ਇਹ ਸਾਰਾ ਕੰਮ ਗੁਰੂ ਸਾਹਿਬ ਬੈਠੇ ਸੱਚਖੰਡ 'ਚ ਆਪਾਂ ਤੋਂ ਕਰਵਾ ਰਹੇ ਆ। ਸਾਰਿਆਂ ਤੋਂ ਸੇਵਾ ਲੈ ਰਹੇ ਆ, ਭਾਗਾਂ ਵਾਲੇ ਆ। ਇਸ ਕਰਕੇ ਸਤਿਗੁਰੂ ਗੁਰੂ ਰਾਮਦਾਸ ਦੀ 15 ਸਾਲ ਦੀ ਉਮਰ ਸੀ, ਲਾਹੌਰ ਦੇ ਵਿੱਚ ਜਨਮ ਲਾਹੌਰ ਦਾ। ਤੇ ਪਿਤਾ ਜੀ ਸਰੀਰ ਛੱਡ ਗਏ ਸੀ 15 ਸਾਲ ਦੀ ਉਮਰ ਵਿੱਚ। ਮਾਤਾ ਜੀ ਫਿਰ ਬਾਸਰ ਕੇ ਪਿੰਡ ਦੇ ਨੇੜੇ ਪਿੰਡ ਹੈ ਨਾਨਕੇ, ਫਿਰ ਉੱਥੇ ਆ ਗਏ ਸੀ।
ਸ੍ਰੀ ਅੰਮ੍ਰਿਤਸਰ ਦੇ ਕੋਲੇ ਬਾਸਰ ਕੇ ਪਿੰਡ ਤੀਸਰੇ ਪਾਤਸ਼ਾਹ ਦਾ ਪਿੰਡ ਉੱਥੋਂ ਸੰਗਤ ਜਾਇਆ ਕਰਦੀ ਸੀ ਗੋਇੰਦਵਾਲ ਸਾਹਿਬ, ਤੇ ਨਾਲ ਫਿਰ ਸੰਗਤ ਦੇ ਜਾਣ ਲੱਗ ਗਏ ਤੇ ਮਾਤਾ ਜੀ ਨੇ ਵੇਖਿਆ ਵੀ ਇਕੱਠ ਬਹੁਤ ਹੁੰਦਾ, ਤੇ ਮਾਤਾ ਜੀ ਨੇ ਫਿਰ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਰਾਮਾ ਜੀ ਸੀ ਨਾਂ, ਤੇ ਉਹ ਟਾਈਮ ਤੇ ਜੇਠਾ ਜੀ ਵੀ ਕਹਿ ਦਿੰਦੇ, ਤੇ ਉਹ ਟਾਈਮ ਤੇ ਫਿਰ ਦੁਕਾਨ ਪਾਤੀ ਉੱਥੇ ਵੀ ਦਿਨੇ ਜਦੋਂ ਸੰਗਤ ਆਉਂਦੀ ਹੈ ਉਦੋਂ ਘੁੰਗਣੀਆਂ ਵੇਚਤੀਆਂ, ਤੇ ਨਹੀਂ ਫਿਰ ਸੇਵਾ ਕਰ ਲਈ, ਸੰਗਤ ਮਿਲ ਗਈ ਚੰਗੀ, ਇਉਂ ਆਖਿਆ। ਚਲੋ 6 ਮਹੀਨੇ ਲੰਘ ਗਏ, ਸਮਾਂ ਲੰਘ ਗਿਆ। ਇੱਕ ਦਿਨ ਸਮਾਂ ਪਿਆ, ਸੰਗਰਾਂਦ ਦਾ ਦਿਨ ਸੀ, ਸੰਗਰਾਂਦ ਵਿਸਾਖ ਦੀ ਸੀ, ਤੇ ਤੀਸਰੇ ਪਾਤਸ਼ਾਹ ਜੀ ਸੰਗਰਾਂਦ ਮਨਾ ਕੇ ਤੇ ਬਾਹਰ ਨੂੰ ਜਾ ਰਹੇ ਸੀ। ਚੋਜ ਕਰਦੇ ਹੁੰਦੇ ਆ, ਸੈਰ ਸਰਦਾਰਾਂ ਦੀ ਹੁੰਦੀ ਹੈ, ਗੁਰੂਆਂ ਦੇ ਚੋਜ ਹੁੰਦੇ, ਤੇ ਗੁਰੂ ਸਾਹਿਬ ਬਾਹਰ ਨੂੰ ਜਾ ਰਹੇ ਸੀ। ਅੱਗੇ ਕੀ ਤੱਕਿਆ? ਅੱਗੇ ਦੁਕਾਨਾਂ ਵਾਲੇ ਆ, ਬਿਜਲੀ ਲੰਘ ਰਹੇ ਸੀ, ਗੋਲ ਮੁਖੜਾ, ਮੋਟੇ ਮੋਟੇ ਨੇਤਰ, ਗੁਰੂ ਰਾਮਦਾਸ ਡੁੱਲ ਪੈਂਦਾ ਨੂਰ, ਪਹਿਲੇ ਜਨਮਾਂ ਦੀ ਕਮਾਈ। ਤੇ ਪੁੱਛਿਆ, ਕਾਕਾ ਕਿਹੜਾ ਪਿੰਡ ਹੈ? ਜੀ ਲਾਹੌਰ ਪਿੰਡ ਹੈ, ਪਿਤਾ ਜੀ ਸਰੀਰ ਛੱਡ ਗਏ ਹੈ, ਰੋਟੀ ਦਾ ਰੁਜ਼ਗਾਰ ਹੈ, ਛੋਲਿਆਂ ਦੀਆਂ ਘੁੰਗਣੀਆਂ ਵੇਚੀ ਦੀਆਂ ਹੈ। ਪੁੱਛਿਆ, ਅੱਛਾ ਤੇਰਾ ਨਾਂ ਕੀ ਹੈ? ਜੀ ਮੇਰਾ ਨਾਂ ਰਾਮਾ। ਸਤਿਗੁਰਾਂ ਨੇ ਬਚਨ ਕਰਤਾ, ਹੱਸ ਕੇ ਮੁਸਕਰਾਉਂਦੇ ਹੋਏ ਕਹਿੰਦੇ, ਨਾਂ ਤਾਂ ਰਾਮਾ ਰੱਖਿਆ ਆ। ਰਾਮਾ, ਜੇ ਤੂੰ ਘੁੰਗਣੀਆਂ ਵੇਚਦਾ, ਜੇ ਤੂੰ ਰਾਮ ਦਾ ਹੋਕਾ ਦੇਵੇਂ ਤਾਂ ਰਾਮ ਦਾ ਰੂਪੀ ਬਣ ਜਾਵੇਂ। ਇਉਂ ਆਖਿਆ ਤੇ ਮੱਥਾ ਟੇਕਿਆ, ਜੀ ਕਿਰਪਾ ਕਰੋ। ਸਤਿਗੁਰਾਂ ਦੇ ਨਾਲ ਹੀ ਤੁਰ ਪਏ। ਉਵੇਂ ਦੁਕਾਨ ਛੱਡਤੀ, ਬਹੁਤ ਗੱਲ ਔਖੀ ਹੈ ਉਵੇਂ। ਤੇ ਸ਼ਾਮ ਦਾ ਦੀਵਾਨ ਸੀ, ਦੀਵਾਨ ਵਿੱਚ ਆ ਗਏ ਆ, ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਬੌਲੀ ਦੀ ਸੇਵਾ ਛੇਤੀ ਛੇਤੀ ਕਰੋ, ਮਾਘ ਦੇ ਵਿੱਚ ਇਸ਼ਨਾਨ ਕਰਾਇਆ ਜਾਣਾ ਹੈ। ਮਿਸਤਰੀ ਸਿੰਘਾਂ ਨੇ ਬੇਨਤੀ ਕਰਤੀ, ਜੀ ਗਰੀਬ ਨਵਾਜ ਵੀ ਵਿਸਾਖੀ ਦੀ ਰੁੱਤ ਹੈ, ਕਣਕ ਵੱਢਣ ਵਾਸਤੇ ਜ਼ਿਮੀਂਦਾਰ ਗੁਰੂ ਪਿਆਰੇ ਘਰਾਂ ਨੂੰ ਚਲੇ ਗਏ, ਕੁਛ ਜਾ ਰਹੇ ਹੈ, 12 ਵਜੇ ਕੰਮ ਚੱਲਦਾ, ਸਾਨੂੰ ਖੁਦ ਮਿਸਤਰੀਆਂ ਨੂੰ ਚੂਨਾ ਪੀਟਣਾ ਪੈਂਦਾ ਚੱਕੀ ਦੇ ਨਾਲ, ਤੇ ਫਿਰ ਚਣਾਈ ਹੁੰਦੀ ਹੈ। ਸਤਿਗੁਰ ਕਹਿੰਦੇ, ਨਹੀਂ ਭਾਈ, ਆਪਣੀ ਸੰਗਤ ਵਿੱਚੋਂ ਨਾ ਨੌਜਵਾਨ ਗੁਰੂ ਪਿਆਰੇ ਚੂਨਾ ਪੀਠਿਆ ਕਰੋ, ਭਲਾ ਰਾਤ ਨੂੰ ਪੀਠਾ ਤੇ ਸੁਬਾਹ ਫਿਰ ਮਿਸਤਰੀ ਲੱਗ ਜਾਣ। ਰਾਤ ਨੂੰ ਸਾਂਝਾ ਬਚਨ ਹੁੰਦਾ ਮਹਾਂਪੁਰਖਾਂ ਦਾ, ਸਾਂਝਾ ਬਚਨ ਕਰਤਾ ਸਾਰਿਆਂ ਨੂੰ। ਸਾਂਝਾ ਜਦੋਂ ਬਚਨ ਕੀਤਾ ਤੇ ਉਹ ਟਾਈਮ ਤੇ ਰਾਮਾ ਜੀ ਨੇ ਪੱਲੇ ਬੰਨੇ, ਗੁਰੂ ਰਾਮਦਾਸ ਪਾਤਸ਼ਾਹ ਜੀ। ਰਾਤ ਦਾ ਪ੍ਰਸ਼ਾਦਾ ਛਕ ਲਿਆ, ਛਕ ਕੇ ਚੱਕੀ ਤੇ ਜਾ ਕੇ ਬਹਿ ਗਏ, ਤੇ ਰਾਤ ਨੂੰ ਗੁਰੂ ਕੋ ਚੂਨਾ ਪੀਠਾ ਢੇਰ ਲੱਗ ਗਿਆ। ਜਦੋਂ ਢੇਰ ਲੱਗ ਗਿਆ, ਸਤਿਗੁਰ ਬੌਲੀ ਸਾਹਿਬ ਤੇ ਆਏ 1 ਵਜੇ ਇਸ਼ਨਾਨ ਕਰਨ। ਤੀਸਰੇ ਪਾਤਸ਼ਾਹ ਖੁਦ ਰਾਤ ਦਾ 1 ਵਜੇ, ਨਾਲ ਸੇਵਾਦਾਰ, ਤੇ ਰਾਮਾ ਜੀ ਰਾਮਦਾਸ ਜੀ ਤੇ ਚੱਕੀ ਦੇ ਨਾਲ ਪੀਠੀ ਜਾਣ, ਢੇਰ ਲੱਗਿਆ ਪਿਆ, ਤੇ ਨਾਲ ਨੀਂਦ ਦਾ ਮੁਕਾਬਲਾ ਕਰੀ ਜਾਣ, ਨੀਂਦ ਦਾ ਮੁਕਾਬਲਾ। ਚੱਕੀ ਦੇ ਹਥੜੇ ਦੇ ਨਾਲ ਹੀ ਸਿਰ ਨੀਵੀਂ ਪਾ ਕੇ ਘੁੰਮੇ, ਤੇ ਸਤਿਗੁਰਾਂ ਜੀ ਨੇ ਵੇਖ ਲਿਆ, ਨਿਰੰਕਾਰ ਨੇ, ਅਕਾਲ ਪੁਰਖ ਨੇ,
ਤੇ ਜਦੋਂ ਵੇਖਿਆ ਇਹ ਆ ਸੇਵਾ, ਤੇ ਜਦੋਂ ਵੇਖ ਲਿਆ ਸੇਵਾ ਕਰਦੇ ਤੇ ਬਾਂਹ ਵੜ ਕੇ ਆਖਿਆ, ਰਾਮਾ ਤੂੰ ਪੈ ਜਾਂਦਾ, ਮਿਸਤਰੀ ਪੈ ਗਏ ਜੀ। ਉਹ ਤਾਂ ਮਿਸਤਰੀ ਉਹਨਾਂ ਨੇ ਪੈਣਾ ਸੀ, ਤੇ ਕਹਿੰਦੇ ਲਾਂਗਰੀ ਪੈ ਗਏ ਜੀ, ਉਹ ਤਾਂ ਲੰਗਰ ਵਾਲੇ ਉਹਨਾਂ ਨੇ ਪੈਣਾ ਸੀ। ਬਾਹਰੋਂ ਆਈ ਸੰਗਤ ਪੈ ਗਈ, ਤੂੰ ਪੈ ਜਾਣਾ ਸੀ। ਕਹਿੰਦੇ ਜੀ ਤੂੰ ਬਾਹਰਲੀ ਸੰਗਤ ਸੀ। ਮਜ਼ਦੂਰ ਪੈ ਗਏ ਜੀ, ਉਹ ਤਾਂ ਮਜ਼ਦੂਰ ਹੈ, ਉਹਨਾਂ ਨੇ ਪੈਣਾ ਸੀ। ਰਾਮਾ ਇਉਂ ਦੱਸ ਵੀ ਤੂੰ ਕਿਉਂ ਨਹੀਂ ਪਿਆ? ਕਹਿਣ ਲੱਗਾ ਜੀ ਮੈਂ ਤੁਹਾਡੇ ਘਰ ਦਾ ਗੋਲਾ। ਬਹੁਤ ਵਧੀਆ ਵਚਨ ਹੈ, ਗੋਲਾ। ਸਤਿਗੁਰਾਂ ਨੇ ਬਾਂਹ ਫੜ ਕੇ ਖੜਾ ਕਰਕੇ ਬੁੱਕਲ ਵਿੱਚ ਲੈ ਕੇ ਆਖਿਆ, ਰਾਮਾ ਜਿਹੜੇ ਗੋਲੇ ਬਣ ਕੇ ਸੇਵਾ ਕਰਦੇ ਆ, ਮਾਲਕ ਵੀ ਉਹੀ ਬਣਦੇ, ਇਸੇ ਕਰਦੇ, ਇਸੇ ਘਰ ਦੇ ਮਾਲਕ ਬਣ ਜਾਂਦੇ ਆ ਜਿਹੜੇ ਗੋਲੇ ਬਣ ਕੇ ਸੇਵਾ ਕਰਦੇ ਆ। ਉਹ ਤੋਂ ਬਚਨ ਕਰਤਾ ਤੇ ਗੁਰਮੁਖੋ ਦੁਕਾਨ ਛੱਡਤੀ ਤੇ ਮਾਤਾ ਜੀ ਨੂੰ ਆਖਿਆ ਤੁਸੀਂ ਵੀ ਇੱਥੇ ਆ ਜਾਓ, ਆਪਣਾ ਜਨਮ ਸਫਲਾ ਕਰ ਲਓ। ਮਾਂ ਪੁੱਤ ਸੇਵਾ ਕਰਨ ਲੱਗੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੀਸਰੇ ਪਾਤਸ਼ਾਹ ਦੀ 25 ਸਾਲ ਸੇਵਾ ਕੀਤੀ। 15 ਸਾਲ ਦੀ ਉਮਰ ਸੀ, 25 ਸਾਲ ਸੇਵਾ ਕੀਤੀ ਤੇ 7 ਸਾਲ ਗੁਰਗੱਦੀ ਤੇ ਰਹੇ ਗੁਰੂ ਰਾਮਦਾਸ। 25 ਸਾਲ ਦੀ ਸੇਵਾ ਦੇ ਨਾਲ ਗੁਰੂ ਦੀ ਸੇਵਾ ਕਰਨੀ ਉਹ ਹੈ ਚੰਗੀ, ਜਿਸ ਪਰ ਸਤਿਗੁਰੂ ਦਿਆਲ। ਸੇਵਾ ਹੋਰ ਵੀ ਆਪਾਂ ਕਰਦੇ ਹਾਂ, ਖੇਤੀ ਦੀ ਆ, ਹੋਰ ਕੁੱਤਿਆਂ ਬਿੱਲਿਆਂ ਡੰਗਰਾਂ ਪਸ਼ੂਆਂ ਪੁੱਤਰਾਂ ਬੱਚਿਆਂ ਰਿਸ਼ਤੇਦਾਰਾਂ ਦੀ ਸੇਵਾ, ਸਮਾਂ ਲੰਘੀ ਜਾਂਦਾ। ਪਰ ਅਸਲੀ ਗੱਲ ਗੁਰੂ ਮਹਾਰਾਜ ਜੀ ਮੋਹਰ ਲਾਉਂਦੇ ਆ, ਸੇਵਾ ਕਰਨੀ ਉਹ ਹੈ ਚੰਗੀ, ਜਿਸ ਪਰ ਸਤਿਗੁਰੂ ਦਿਆਲ। ਅਖੁੱਟ ਖਜ਼ਾਨਾ ਬਖਸ਼ ਦੇਣ, ਕਰ ਦੇਣ ਨਜ਼ਰੀ ਨਜ਼ਰ ਨਿਹਾਲ। ਸੇਵਾ ਨਾ ਬਰ ਮਿਲੇ ਗੁਰੂ ਰਾਮਦਾਸ ਪਾਤਸ਼ਾਹ ਜੀ। ਤੇ ਉਹ ਟਾਈਮ ਤੇ ਸਾਧ ਸੰਗਤ ਵੇਖੋ ਤੇ ਅੱਜ ਜੈ ਜੈਕਾਰ ਹੋ ਰਹੀ ਹੈ ਸਾਰੇ ਅਰਲਡ ਵਰਲਡ ਖੰਡ ਬ੍ਰਹਿਮੰਡ ਵਿੱਚ। ਰਾਮਦਾਸ ਪਾਤਸ਼ਾਹ ਦੇ ਸਰੋਵਰ ਤੇ ਇਸ਼ਨਾਨ ਕਰ ਲਈਏ ਤਾਂ 68 ਤੀਰਥਾਂ ਦਾ ਫਲ ਮਿਲ ਜਾਂਦਾ। ਹੋਰ ਸਾਰੇ ਤੀਰਥਾਂ ਤੇ 68 ਵੇਰੀ ਜਾਣਾ ਪੈਂਦਾ ਤਾਂ 68 ਤੀਰਥਾਂ ਦਾ ਫਲ ਮਿਲਦਾ। 68 ਵੇਰੀ ਇਸ਼ਨਾਨ ਕਰਨਾ ਪੈਂਦਾ। ਇਹ ਸਰੋਵਰ ਤੇ ਇੱਕ ਵਾਰੀ ਇਸ਼ਨਾਨ ਕਰਿਆ 68 ਤੀਰਥਾਂ ਦਾ ਫਲ ਮਿਲ ਜਾਂਦਾ। ਸੋ ਸਤਿਗੁਰਾਂ ਨੇ ਕਿਰਪਾ ਕੀਤੀ। ਮੈਂ ਉੱਥੇ ਵਿਚਾਰ ਕਰ ਰਿਹਾ ਸੀ, ਸੱਚੇ ਪਾਤਸ਼ਾਹ ਜੀ ਮੋਹਰ ਲਾ ਰਹੇ ਹੈ, ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬਿਘਨ ਵਿਨਾਸਨ। ਕਰਮ ਬਣ ਰਹੇ ਆਪਣੇ, ਆਪਾਂ ਘਰਾਂ ਤੋਂ ਚੱਲ ਕੇ ਆਏ, ਆਉਣ ਦਾ ਵੀ ਫਾਇਦਾ ਕੀ ਹੈ? ਜੇ ਕਰਮ ਹੀ ਨਾ ਬਣੇ ਫਿਰ ਆਉਣਾ ਕੀ ਹੈ? ਇਦੋਂ ਘਰੇ ਨੀਂਦ ਕਾਹਨੂੰ ਖਰਾਬ ਕਰਨੀ? ਪਸ਼ੂ ਸਾਂਭੋ। ਜੇ ਕੁਛ ਲਾਭ ਹੋਵੇ, ਜ਼ਿੰਦਗੀ ਦਾ ਪਲਟਾ ਨਹੀਂ ਆਉਣਾ, ਫਿਰ ਆਉਣ ਦਾ ਕੀ ਲਾਭ? ਇਹ ਗੁਰੂ ਨਾਨਕ ਦਾ ਘਰ ਹੈ, ਅਤੀ ਵੱਡੇ ਭਾਗਾਂ ਵਾਲੇ। ਹਜ਼ੂਰ ਮੋਹਰ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ। ਅੱਗੋਂ ਗੁਰੂ ਜੀ ਕਹਿੰਦੇ ਵਿਘਨ ਵਿਨਾਸਨ। ਕਬੀਲਦਾਰ ਘਰਾਂ 'ਚ ਵਿਘਨ ਪੈਂਦੇ ਆ, ਵਿਘਨ ਵਿਨਾਸਨ, ਸਭ ਦੁੱਖ ਨਾਸਣ। ਸਾਰੇ ਦੁੱਖਾਂ ਦਾ ਨਾਸ ਕਿਵੇਂ? ਗੁਰ ਚਰਨੀ ਮਨ ਲੱਗ। ਜਿਹਦਾ ਗੁਰੂ ਦੇ ਚਰਨਾਂ ਨਾਲ ਮਨ ਲੱਗ ਗਿਆ, ਉਹਦੇ ਅਨੇਕਾਂ ਵਿਘਨਾਂ ਦਾ ਨਾਸ ਹੋ ਗਿਆ। ਹਜ਼ੂਰ ਮੋਹਰ ਲਾਉਂਦੇ ਗੁਰ ਚਰਨੀ ਮਨ ਲਾਗਾ। ਗੁਣ ਗਾਵਤ ਚਿੱਤ ਅਵਨਾਸੀ, ਅੰਦਨ ਹਰ ਰੰਗ ਜਾਗਾ। ਚਿੱਤ ਦੇ ਅੰਦਰੋਂ ਗੁਣ ਗਾਵੀ। ਕਹਿੰਦੇ ਦਿਨੋਂ ਦਿਨ ਜੈ ਜੈਕਾਰ ਹੁੰਦੀ ਘਰ ਵਿੱਚ, ਸਾਰੀਆਂ ਚੀਜ਼ਾਂ 'ਚ ਬਰਕਤਾਂ ਆ ਜਾਂਦੀਆਂ, ਸਾਰੇ ਮਿੱਤਰ ਬਣ ਜਾਂਦੇ, ਬੈਰੀ ਵੀ ਮਿੱਤਰ ਬਣ ਜਾਂਦੇ। ਹਜ਼ੂਰ ਮੋਹਰ ਲਾਉਂਦੇ ਆ। ਗੁਣ ਗਾਵਤ ਚਿੱਤ ਅਵਨਾਸੀ,
ਅਨੰਦਨ ਹਰ ਰੰਗ ਜਾਗਾ ਮਨ ਇੱਛੇ ਸੇਈ ਫਲ ਪਾਏ। ਹਰ ਕੀ ਕਥਾ ਸਹੇਲੀ। ਹਜੂਰ ਕਹਿੰਦੇ ਹਰੀ ਦੀ ਕਥਾ ਹੈ, ਜੋ ਕਥਾ ਹੋ ਬਚਨ ਹੋ ਰਹੇ ਹੈ। ਹਰ ਕੀ ਕਥਾ ਸਹੇਲੀ ਆਦ ਅੰਤ ਆਪਾਂ ਆਏ ਹਾਂ। ਹੁਣ ਬੰਦੇ ਮੱਧ 'ਚ ਬੈਠਾ, ਬੰਦਾ ਵਿਚਾਲੇ ਬੈਠਾ, ਅੰਤ ਵੀ ਆਉਣਾ। ਗੁਰੂ ਜੀ ਕਹਿੰਦੇ ਆਦ ਅੰਤ ਮੱਧ ਨਾਨਕ ਕੋ ਸੋ ਪ੍ਰਭ ਹੋਆ ਵੇਲੀ। ਆਪਣਾ ਵੇਲੀ ਗੁਰੂ ਨਾਨਕ ਹੈ, ਹੋਰ ਸਭ ਝੂਠ ਮਾਰਦੇ, ਕੋਈ ਵੇਲੀ ਬੁਲੀ ਨਹੀਂ। ਇਸ ਕਰਕੇ ਵੱਡੇ ਭਾਗਾਂ ਵਾਲੀ ਸੰਗਤ ਹੈ, ਮਾਈ ਭਾਈ ਕਰਮਾਂ ਵਾਲੇ ਹਨ। ਦੁਆਨਾਂ 'ਤੇ ਤਕੜੇ ਹੋ ਕੇ ਹਾਰੀ ਭਰੋ। ਬਾਬਾ ਆਨੰਦ ਸਿੰਘ ਦਾ ਬੜਾ ਮਿੱਠਾ ਬਚਨ ਹੈ, ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਇੱਕ ਨੂੰ ਜੋੜੀਏ ਤਾਂ ਉਹਦੇ ਵੇਖੋ ਕਿੰਨੇ ਪੁੰਨ ਬਣ ਜਾਣਗੇ, ਉਹਦੇ 8 ਗੁਣਾ ਪੁੰਨ ਬਣ ਜਾਣਗੇ। ਇੱਥੇ ਬੈਠੂਗਾ, ਵਚਨ ਸੁਣੂਗਾ, ਇਹ ਤੇਰਾ ਪਰਉਪਕਾਰ ਹੈ। ਇਸ ਕਰਕੇ ਜੋੜਨ ਦੇ ਨਾਲ ਕਹਿੰਦੀ ਕਿਸੇ ਨੂੰ ਜੋੜਨ ਵਿੱਚ ਗੁਰੂ ਘਰ ਵਿੱਚੋਂ 25% ਪੁੰਨ ਮਿਲਦੇ ਆ, ਜਾਣੀ ਵਾਧਾ ਹੁੰਦਾ ਹੈ ਜੋ ਗੁਰੂ ਘਰ ਨਾਲ ਜੋੜਨ ਵਾਸਤੇ। ਇਸ ਕਰਕੇ ਮਾਈ ਭਾਈ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਸੇਵਾ ਕਰੋ, ਸਿਮਰਨ ਕਰੋ, ਭਗਤੀ ਕਰੋ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜੀਏ, ਤਕੜੇ ਹੋ ਕੇ ਦੁਆਨਾਂ ਵਿੱਚ ਖੁਸ਼ੀਆਂ ਲਈਏ। ਗੁਰੂ ਰਾਮਦਾਸ ਦੀਆਂ ਤੇ ਸੱਚੇ ਪਾਤਸ਼ਾਹ ਦੀ ਮਿਹਰ ਕੀਤੀ ਆਪਣੇ 'ਤੇ, ਬਹੁਤ ਸੋਹਣਾ ਸਮਾਂ ਮਿਲਿਆ ਹੈ। ਇਸ ਕਰਕੇ ਸਰੀਰ ਥੋੜ੍ਹਾ ਜਿਹਾ ਬੇਰਾਮੀ 'ਚ ਬਹੁਤ ਵੀ ਜ਼ੋਰ ਲੱਗਿਆ। ਬਾਬਾ 43.5 ਸਾਲ ਹੋ ਗਏ ਆ, ਕਿਰਪਾ ਬਾਬਾ ਜੀ ਦੀ। ਅਤੇ ਜਿਉਂ ਚੱਲ ਸੋ ਚੱਲ, ਅਤੇ ਸਾਰੇ ਤਾਈਂ ਜਾਂਦੇ ਰਹੇ। 22 ਸਥਾਨ ਠਾਠ ਬਣ ਗਏ ਆ ਸਾਰੇ ਥਾਈਂ। ਅਤੇ ਇਸ ਕਰਕੇ ਹੁਣ ਬਾਬਾ ਦੀ ਮਿਹਰ ਹੈ, ਸੰਗਤ ਬੇਅੰਤ ਆਉਂਦੀ ਹੈ। ਕੱਲ੍ਹ ਸੰਗਤ ਥੋੜ੍ਹੀ ਜ਼ਿਆਦਾ ਸੀਗੀ, ਬਾਹਲੀ ਬੇਰਾਮੀ ਹੋਈ। ਇਸ ਕਰਕੇ ਆਓ, ਆਪਾਂ ਨੂੰ ਸਮਾਂ ਮਿਲਿਆ, ਪਹਿਰਾ ਦਿਓ, ਕਮਾਈ ਕਰਾਂਗੇ, ਕੀ ਮਿਲੇਗਾ। ਲੋਕ ਸੁਖੀਏ ਪਰ ਲੋਕ ਸਹੇਲੇ, ਨਾਨ ਕਰ ਪ੍ਰਭ ਆਪੇ ਮੇਲੇ। ਕਰੀਏ ਰਸਨਾ ਪਵਿੱਤਰ, ਨਾਮ ਜਪਿਆਂ ਤੇ ਦੂਰਾ ਹੁੰਦੇ ਦੁਖੜੇ। ਸੇਵਾ ਕਰਕੇ ਮਾਣ ਪਾਈਦਾ, ਨਾਮ ਜਪਿਆਂ ਤੇ ਦੂਰਾ ਹੁੰਦੇ ਦੁਖੜੇ। ਸੇਵਾ ਕਰਕੇ ਮਾਣ ਪਾਈਦਾ, ਨਾਮ ਜਪਿਆਂ ਤੇ ਦੂਰ ਹੁੰਦੇ ਦੁਖੜੇ। ਸੇਵਾ ਕਰਕੇ ਮਾਣ ਪਾਈਦਾ, ਨਾਮ ਜਪਿਆਂ ਤੇ ਦੂਰ ਹੁੰਦੇ ਦੁਖੜੇ। ਸੇਵਾ ਕਰਕੇ ਮਾਨ ਪਾਈਦਾ, ਨਾਮ ਜਪਿਆਂ ਤੇ ਦੂਰ ਹੁੰਦੇ ਦੁਖੜੇ। ਸੇਵਾ ਕਰਕੇ ਮਾਨ ਪਾਈਦਾ, ਨਾਮ ਜਪਿਆਂ ਤੇ ਦੂਰ ਹੁੰਦੇ ਦੁਖੜੇ। ਸੇਵਾ ਕਰਕੇ ਮਾਨ ਪਾਈਦਾ।